ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਐਡਮਿੰਟਨ ਸਟੂਡੀਓ ਤੋਂ ਸਵਾਗਤ ਹੈ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਫੈਡਰਲ ਜਨਰਲ ਇਲੈਕਸ਼ਨਸ ਦੇ ਸੰਬੰਧ ਵਿੱਚ। 20 ਸਤੰਬਰ 2021 ਨੂੰ ਇਲੈਕਸ਼ਨਸ ਹੋਣੇ ਨਿਰਧਾਰਿਤ ਹੋਏ ਨੇ ਔਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕੈਨੇਡਾ ਦੇ ਵਿੱਚ ਵੋਟਾਂ ਕਿਵੇਂ ਪੈਂਦੀਆਂ ਨੇ, ਜਿਹੜਾ ਇਲੈਕਟੋਰਲ ਪ੍ਰੋਸੈਸ ਹੈਗਾ ਇਹ ਕੰਮ ਕਿਵੇਂ ਕਰਦਾ ਔਰ ਜਿਹੜੇ ਵੋਟਰ ਨੇ, ਕੈਨੇਡੀਅਨ ਸਿਟੀਜ਼ਨਸ ਨੇ, ਉਹ ਇਲੈਕਸ਼ਨ ਪ੍ਰੋਸੀਜਰ ਦੇ ਵਿੱਚ ਕਿਵੇਂ ਪਾਰਟਿਸਿਪੇਟ ਕਰਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਜੀ ਪਹੁੰਚੇ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਜੀ ਜੀ ਆਇਆਂ ਨੂੰ, ਸਵਾਗਤ ਹੈ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਤੇ ਜਿਵੇਂ ਆਪਾਂ ਜੀ ਜ਼ਿਕਰ ਕੀਤਾ ਵਾ ਕਿ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਜਿਹੜੇ ਆ ਹੋਣ ਜਾ ਰਹੇ ਨੇ, ਸੈਪਟੰਬਰ 20 ਨਿਰਧਾਰਿਤ ਹੋਈ ਆ। ਬਿਲਕੁਲ ਜੀ। ਪਾਰਟੀਆਂ, ਉਹਨਾਂ ਦੇ ਕੈਂਡੀਡੇਟ ਜ਼ੋਰਾਂ ਸ਼ੋਰਾਂ ਦੇ ਨਾਲ ਆਪਣਾ ਪ੍ਰਚਾਰ ਕਰ ਰਹੇ ਨੇ। ਹਾਂਜੀ। ਤੇ ਮੈਨੂੰ ਲੱਗਿਆ ਵੀ ਕਿਉਂ ਨਾ ਆਪਾਂ ਅਜਿਹਾ ਇੱਕ ਪ੍ਰੋਗਰਾਮ ਕਰੀਏ ਜਿਹਦੇ ਨਾਲ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਵੀ ਕੈਨੇਡਾ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਕਿਵੇਂ ਵਰਕ ਕਰਦਾ। ਬਿਲਕੁਲ ਜੀ। ਵੋਟਾਂ ਕਿਵੇਂ ਭੁਗਤਦੀਆਂ ਨੇ। ਤੇ ਉਹਦੇ ਵਾਸਤੇ ਮੈਂ ਸੋਚਿਆ ਵੀ ਥੋੜੀ ਜਿਹੀ ਪਹਿਲਾਂ ਇਹਨਾਂ ਨੂੰ ਦੱਸ ਦਈਏ ਕਿ ਪਾਰਲੀਮੈਂਟਰੀ ਸਿਸਟਮ ਆ ਜੀ ਕੈਨੇਡਾ 'ਚ। ਠੀਕ ਹੈ ਜੀ। ਔਰ ਪਾਰਲੀਮੈਂਟਰੀ ਸਿਸਟਮ ਦੇ ਵਿੱਚ 3 ਪਾਰਟਸ ਹੁੰਦੇ ਗਵਰਨਮੈਂਟ ਦੇ। ਇੱਕ ਉਹਦੇ ਵਿੱਚ ਸੋਵਰਨ ਆ ਜਾਂਦਾ ਜੀ, ਬਿਲਕੁਲ, ਜਿਹਨੂੰ ਆਪਾਂ ਗਵਰਨਰ ਜਨਰਲ ਆਫ ਕੈਨੇਡਾ ਕਹਿ ਸਕਦੇ ਹਾਂ। ਹਾਂਜੀ ਹਾਂਜੀ। ਬੇਸਿਕਲੀ ਉਹ ਕਰਾਊਨ ਨੂੰ ਰਿਪਰੈਜ਼ੈਂਟ ਕਰਦਾ। ਬਿਲਕੁਲ ਜੀ, ਕੁਈਨ ਨੂੰ ਰਿਪਰੈਜ਼ੈਂਟ ਕਰਦਾ। ਕੁਈਨ ਨੂੰ ਰਿਪਰੈਜ਼ੈਂਟ ਕਰਦਾ। ਦੂਜੇ ਨੰਬਰ ਤੇ ਆ ਜਾਂਦਾ ਜੀ ਅਪਰ ਹਾਊਸ, ਹਾਂਜੀ, ਜਿਹਨੂੰ ਆਪਾਂ ਸੈਨੇਟ ਕਹਿ ਦਿੰਦੇ ਹਾਂ। ਬਿਲਕੁਲ ਜੀ। ਔਰ ਉਹਦੇ ਜੀ 105 ਮੈਂਬਰ ਨੇ ਕੈਨੇਡਾ 'ਚ। 75 ਸਾਲ ਦੀ ਉਮਰ ਤੱਕ ਉਹ ਇੱਕ ਵਾਰੀ ਚੁਣੇ ਜਾਂਦੇ ਨੇ। ਚੁਣੇ ਨਹੀਂ ਜਾਂਦੇ ਵੈਸੇ, ਉਹ ਨੋਮੀਨੇਟ ਹੁੰਦੇ ਨੇ ਬਾਏ ਦੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਹਾਂਜੀ। ਉਹ ਰਿਕਮੈਂਡ ਕਰਦੇ ਨੇ ਗਵਰਨਰ ਜਨਰਲ ਨੂੰ ਤੇ ਉਹਨਾਂ ਨੂੰ ਅਪਾਇੰਟ ਕਰ ਦਿੱਤਾ ਜਾਂਦਾ। ਬਿਲਕੁਲ। ਉਸ ਉਸ ਤੋਂ ਬਾਅਦ ਤੀਸਰਾ ਪਾਰਟ ਹੈਗਾ ਜੀ ਲੋਅਰ ਹਾਊਸ, ਜਿਸ ਨੂੰ ਆਪਾਂ ਹਾਊਸ ਆਫ ਕਾਮਨ ਕਹਿੰਦੇ ਆ, ਜਿਹਦੀਆਂ ਇਲੈਕਸ਼ਨ ਦੀ ਅੱਜ ਗੱਲ ਕਰਨੀ ਆਪਾਂ। ਬਿਲਕੁਲ ਜੀ। ਔਰ ਇਹਦੇ ਵਿੱਚ ਜੀ 338 ਮੈਂਬਰ ਚੁਣੇ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਆ। ਠੀਕ ਹੈ ਜੀ। ਔਰ ਇਹਨਾਂ ਦੀ ਚੋਣ ਜਿਹੜੀ ਆ ਲੋਕਾਂ ਵੱਲੋਂ ਸਿੱਧੇ ਤੌਰ ਤੇ ਹੁੰਦੀ ਆ। ਗੱਲਬਾਤ ਦੀ ਸ਼ੁਰੂਆਤ ਆਪਾਂ ਕਰਦੇ ਆ ਕਿ ਜਿਹੜਾ ਇਲੈਕਸ਼ਨਸ ਕੈਨੇਡਾ ਹੈ ਇੱਕ ਇੰਡੀਪੈਂਡੈਂਟ ਬੋਡੀ ਆ। ਹਾਂਜੀ। ਜਿਵੇਂ ਕਿ ਇੰਡੀਆ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾ, ਬਿਲਕੁਲ ਉਸੇ ਤਰੀਕੇ ਨਾਲ ਇਹ ਵੀ ਕੰਮ ਕਰਦਾ ਹੈਗਾ। ਬਿਲਕੁਲ ਜੀ। ਤੇ ਥੋੜੀ ਜਿਹੀ ਤੁਸੀਂ ਜਾਣਕਾਰੀ ਦਿਓ ਵੀ ਇਹ ਜਿਹੜਾ ਇਲੈਕਸ਼ਨ ਕੈਨੇਡਾ ਹੈਗਾ ਵਾ ਇਹ ਕਿਵੇਂ ਕੰਮ ਕਰਦਾ ਵਾ, ਕਿਵੇਂ ਇਲੈਕਸ਼ਨਸ ਜਿਹੜੇ ਆ ਕੰਡਕਟ ਕੀਤੇ ਜਾਂਦੇ ਨੇ। ਬਿਲਕੁਲ ਜੀ, ਜਿਵੇਂ ਤੁਸੀਂ ਗੱਲਬਾਤ ਦੇ ਸ਼ੁਰੂ ਦੇ ਵਿੱਚ ਦੱਸਿਆ ਕਿ ਇੰਡੀਆ ਦੇ ਨਾਲ ਇੱਥੇ ਦੇ ਸਿਸਟਮ ਦੇ ਵਿੱਚ ਕੁਝ ਵੱਖਰਾ ਹੈ, ਲੇਕਿਨ ਕਾਫੀ ਕੁਝ ਜਿਹੜਾ ਹੈ ਉਹ ਸਿਮਿਲਰ ਵੀ ਹੈ ਜੀ। ਉਹਦਾ ਕਾਰਨ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕਾਮਨਵੈਲਥ ਦਾ ਹਿੱਸਾ ਨੇ ਔਰ ਪਾਰਲੀਮੈਂਟਰੀ ਗਵਰਨਮੈਂਟ ਹੈ। ਔਰ ਹਾਂਜੀ, ਔਰ ਪਾਰਲੀਮੈਂਟਰੀ ਗਵਰਨਮੈਂਟ ਹੈ। ਔਰ ਜਿਹੜਾ ਸਿਸਟਮ ਬ੍ਰਿਟਿਸ਼ ਫੋਲੋ ਕਰਦੇ ਸੀ ਉਹੀ ਸਿਸਟਮ ਇੰਡੀਆ ਦੇ ਵਿੱਚ ਤਕਰੀਬਨ ਲਗਭਗ ਫੋਲੋ ਕੀਤਾ ਜਾਂਦਾ ਤੇ ਉਹੀ ਇੱਥੇ ਫੋਲੋ ਕੀਤਾ ਜਾਂਦਾ। ਲੇਕਿਨ ਇੱਥੇ ਸਿਰਫ ਫਰਕ ਇੰਨਾ ਹੈ ਕਿ ਅਜੇ ਤੱਕ ਕੈਨੇਡਾ ਜਿਹੜਾ ਹੈ ਉਹ ਸਟਿਲ ਕੁਈਨ ਨੂੰ ਆਪਣੀ ਕੁਈਨ ਮੰਨਦਾ ਤੇ ਕੁਈਨ ਦੀ ਰਿਪਰੈਜ਼ੈਂਟੇਟਿਵ ਜਿਹੜੀ ਹੈ ਉਹ ਜਾਂ ਜਿਹੜਾ ਹੈ ਉਹ ਕੈਨੇਡਾ ਦਾ ਜਿਹੜਾ ਗਵਰਨਰ ਜਨਰਲ ਹੁੰਦਾ। ਭਾਵੇਂ ਇੱਥੇ ਦੀਆਂ ਸਰਕਾਰਾਂ ਨੂੰ ਨੋਮੀਨੇਟ ਕਰਦੀਆਂ ਨੇ, ਉਸ ਦਾ ਨਾਂ ਉਸੇ ਨਾਂ ਦੀ ਤਜਵੀਜ਼ ਕੀਤੀ ਜਾਂਦੀ ਹੈ, ਲੇਕਿਨ ਰਿਪਰੈਜ਼ੈਂਟ ਉਹ ਕੁਈਨ ਨਹੀਂ ਕਰਦਾ। ਹੁਣ ਤੁਸੀਂ ਗੱਲ ਕੀਤੀ ਹੈ ਕੈਨੇਡੀਅਨ ਇਲੈਕਸ਼ਨ ਕਮਿਸ਼ਨ ਦੀ। ਜੀ। ਇੰਡੀਆ ਦੇ ਵਿੱਚ ਇੰਡੀਅਨ ਇਲੈਕਸ਼ਨ ਕਮਿਸ਼ਨ ਹੈ ਔਰ ਆਟੋਨੋਮਸ ਬੋਡੀ ਹੈ ਜੀ। ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਸਫੀਅਰ ਤੋਂ, ਉਹਨਾਂ ਦੇ ਦਾਇਰੇ ਤੋਂ ਜਿਹੜਾ ਇਹਨਾਂ ਦਾ ਦਾਇਰਾ ਉਹ ਵੱਖਰਾ ਹੁੰਦਾ ਹੈ, ਉਸ ਤੋਂ ਉੱਪਰ ਆਉਂਦੇ ਨੇ। ਅਗਰ ਨੌਨ ਪਾਰਟੀਸ਼ਨ ਹੁੰਦੇ ਆ। ਬਿਲਕੁਲ ਨੌਨ ਪਾਰਟੀਸ਼ਨ ਹੁੰਦੇ ਨੇ। ਔਰ ਇੰਡੀਆ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਰਾਸ਼ਟਰਪਤੀ ਨੂੰ ਜਿਹੜਾ ਰਿਪੋਰਟ ਕਰਦਾ ਜਾਂ ਰਾਸ਼ਟਰਪਤੀ ਦੇ ਨਾਲ ਉਹਨਾਂ ਦਾ ਜਿਹੜੀ ਅਥਾਰਟੀ ਅਲਟੀਮੇਟ ਹੁੰਦੀ ਹੈ ਉਹ ਰਾਸ਼ਟਰਪਤੀ ਹੈ। ਪ੍ਰਾਈਮ ਮਿਨਿਸਟਰ ਜਾਂ ਸਰਕਾਰਾਂ ਦਾ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਲੇਖਾ ਜੋਖਾ ਨਹੀਂ। ਇਸੇ ਤਰ੍ਹਾਂ ਜੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਜਿਹੜਾ ਗਵਰਨਰ ਜਨਰਲ ਹੈ ਉਸ ਦੇ ਨਾਲ, ਲੇਕਿਨ ਇਹ ਗੱਲ ਠੀਕ ਹੈ ਕਿ ਹੁਣ ਜਦੋਂ ਜਿਹੜੀ ਇਲੈਕਸ਼ਨ ਹੁਣ ਹੋ ਰਹੀ ਹੈ, ਜਸਟਿਨ ਟਰੂਡੋ ਹੋਣਾ ਨੇ ਰਿਕਮੈਂਡ ਕੀਤੀ ਸੀ, ਕਿਉਂਕਿ ਮਾਈਨੋਰਟੀ ਗਵਰਨਮੈਂਟ ਹੈ, ਉਹਨਾਂ ਨੇ ਗਵਰਨਰ ਜਨਰਲ ਨੂੰ ਰਿਕਮੈਂਡੇਸ਼ਨ ਕੀਤੀ ਕਿ ਇਹ ਜਿਹੜਾ ਆਪਣਾ ਹਾਊਸ ਆਫ ਕਾਮਨਸ ਹੈ ਇਹਨੂੰ ਭੰਗ ਕੀਤਾ ਜਾਵੇ। ਤੇ ਲੇਕਿਨ ਅਲਟੀਮੇਟ ਜਿਹੜੀ ਕਾਲ ਹੈ ਉਹ ਗਵਰਨਰ ਜਨਰਲ ਦੀ ਹੈ ਜੀ। ਸੋ ਕਾਲ ਤੋਂ ਬਾਅਦ ਫਿਰ ਜਿਹੜੀ ਸਾਰੀ ਪ੍ਰਕਿਰਿਆ ਹੈ ਇਲੈਕਸ਼ਨ ਕਿਵੇਂ ਹੋਣੀ ਹੈ ਉਹ ਕੈਨੇਡੀਅਨ ਇਲੈਕਸ਼ਨ ਕਮਿਸ਼ਨ ਨੇ ਕਰਨੀ ਹੈ। ਉਹਨੂੰ ਜਿਹੜਾ ਓਵਰਲੋਕ ਕਰਨਾ ਹੈ ਉਹ ਗਵਰਨਰ ਜਨਰਲ ਨੇ ਕਰਨਾ ਹੈ ਜੀ। ਤੇ ਥੋੜਾ ਜਿਹਾ ਮੈਂ ਇੱਥੇ ਹੋਰ ਦੱਸ ਦੇਣਾ ਜੀ ਕਿ ਕੈਨੇਡਾ ਇਲੈਕਸ਼ਨ ਐਕਟ ਜਿਹੜਾ ਵਾ ਉਹਦੀਆਂ ਕੁਝ ਹਦਾਇਤਾਂ ਨੇ ਵੀ ਇਲੈਕਸ਼ਨ ਕਦੋਂ ਹੋਣੇ ਚਾਹੀਦੇ ਆ। ਬਿਲਕੁਲ ਜੀ। ਉਹ ਕਹਿੰਦੇ ਵੀ ਅਕਤੂਬਰ ਮਹੀਨੇ ਦੇ ਜਿਹੜੇ ਤੀਜੇ ਸੋਮਵਾਰ ਨੂੰ ਇਲੈਕਸ਼ਨ ਹੋਣੇ ਚਾਹੀਦੇ ਨੇ ਹਰ 4 ਸਾਲ ਬਾਅਦ। ਬਿਲਕੁਲ ਜੀ। ਪਰ ਇਸ ਵਾਰੀ ਥੋੜਾ ਜਿਹਾ ਡਿਫਰੈਂਟ ਹੈ ਕਿਉਂਕਿ ਇਹ ਜਨਰਲ ਇਲੈਕਸ਼ਨ ਨਹੀਂ ਹੈਗੇ, ਹਾਂਜੀ, ਮਿਡ ਟਰਮ ਇਲੈਕਸ਼ਨ ਨੇ। ਬਿਲਕੁਲ ਜੀ। ਤੇ ਇਸ ਵਾਰੀ ਡੇਟ ਡੈਫੀਨੇਟਲੀ ਸੋਮਵਾਰ ਜ਼ਰੂਰ ਹੈਗਾ ਵਾ, ਅਕਤੂਬਰ ਦਾ ਤੀਜਾ ਸੋਮਵਾਰ ਨਹੀਂ ਹੈਗਾ। ਵੈਸੇ ਕੁਝ ਲੋਕ ਕਹਿੰਦੇ ਨੇ ਜੀ ਕੋਵਿਡ ਇਲੈਕਸ਼ਨ ਹੈ।
ਕੋਵਿਡ ਇਲੈਕਸ਼ਨ ਵੀ ਕਹਿ ਸਕਦੇ ਹਾਂ। ਹਾਂਜੀ ਬਿਲਕੁਲ। ਤੇ ਇੱਕ ਹੋਰ ਬਾਇਲਾਅ ਹੈਗਾ ਵਾ ਕਿ ਜਦੋਂ ਇਲੈਕਸ਼ਨ ਡਿਕਲੇਅਰ ਕਰ ਦਿੱਤਾ ਜਾਂਦਾ ਵਾ, ਹਾਂਜੀ ਰਿਟ ਜਾਰੀ ਕਰ ਦਿੱਤੀ ਜਾਂਦੀ ਆ, ਤੇ ਘੱਟੋ ਘੱਟ 36 ਦਿਨ ਦਿੱਤੇ ਜਾਂਦੇ ਨੇ ਜੀ, ਹਾਂਜੀ ਤੇ ਵੱਧ ਤੋਂ ਵੱਧ 50 ਦਿਨ ਜਿਹੜੇ ਆ ਉਹ ਤੁਹਾਨੂੰ ਇਲੈਕਸ਼ਨ ਕੰਪੇਨ ਕਰਨ ਲਈ ਦਿੱਤੇ ਜਾਂਦੇ ਨੇ। ਸੋ ਇਹਦਾ ਮਤਲਬ ਘੱਟੋ ਘੱਟ 36 ਦਿਨ ਤੋਂ ਬਾਅਦ ਵੋਟਾਂ ਪੈਣਗੀਆਂ ਜੀ ਜੀ। ਤੇ ਵੱਧ ਤੋਂ ਵੱਧ ਜਿਹੜੇ ਦਿਨ ਨੇ ਉਹ 50 ਹੋ ਸਕਦੇ 50 ਹੋ ਸਕਦੇ। ਇਹ ਨਹੀਂ ਕਿ ਤੁਸੀਂ ਇਲੈਕਸ਼ਨ ਜਿਹੜੀ ਅਨਾਉਂਸ ਕਰਕੇ ਤੇ ਤੁਸੀਂ ਕਹੋ ਵੀ 10ਵੇਂ ਦਿਨ ਵੋਟਾਂ ਪਾ ਲਓ, ਇਹ ਪੋਸੀਬਲ ਨਹੀਂ, ਤੇ ਨਾ ਹੀ ਤੁਸੀਂ 3 ਮਹੀਨੇ ਵੇਟ ਕਰ ਸਕਦੇ। ਇਹ ਐਕਟ ਦੀ ਪ੍ਰੋਵੀਜ਼ਨ ਇਹ ਐਕਟ ਹੈ ਜੀ, ਔਰ ਟਰੂਡੋ ਸਾਹਿਬ ਨੇ ਪੂਰੇ ਗਿਣ ਮਿਣ ਕੇ ਜੀ ਪੂਰੇ ਉਹਨਾਂ ਨੇ 36 ਪੂਰੇ ਦਿਨ ਦਿੱਤੇ ਨੇ। ਹਾਂਜੀ ਉਹਨਾਂ ਨੇ ਪੂਰੇ ਆਪਣੇ ਪੂਰੇ 37ਵੇਂ ਦਿਨ ਇਲੈਕਸ਼ਨ ਜਿਹੜੀ ਹੈ ਜੀ ਉਹ ਕਰਵਾਤੀ ਹੈ ਜੀ। ਤੇ ਹੁਣ ਥੋੜਾ ਜਿਹਾ ਇਲੈਕਸ਼ਨਸ ਦੇ ਜਿਹੜਾ ਪ੍ਰੋਸੀਜਰ ਹੈ ਨਾ, ਉਹਨੂੰ ਆਪਾਂ ਸਟੈਪ ਬਾਏ ਸਟੈਪ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਸ਼ੁਰੂ ਕਿਵੇਂ ਹੁੰਦਾ ਕੰਮ ਤੇ ਕਿਵੇਂ ਵੋਟਾਂ ਤੱਕ ਪਹੁੰਚਦਾ। ਬਿਲਕੁਲ ਜੀ। ਸਭ ਤੋਂ ਪਹਿਲਾਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਡਿਸੋਲੂਸ਼ਨ ਹੁੰਦਾ ਵਾ ਹਾਊਸ ਆਫ ਕਾਮਨ, ਬਿਲਕੁਲ ਡਿਸੋਲਵ ਕੀਤੀ ਜਾਂਦੀ ਹੈ ਹਾਊਸ ਭੰਗ ਕੀਤਾ ਜਾਂਦਾ, ਜਿਹਨੂੰ ਵਿਧਾਨ ਪਾਲਿਕਾ ਕਹਿ ਸਕਦੇ ਆਪਾਂ, ਹਾਂਜੀ ਲੋਅਰ ਹਾਊਸ ਕਹਿ ਸਕਦੇ ਆ। ਹਾਂਜੀ ਤੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਤਜਵੀਜ਼ ਕਰਦੇ ਆ, ਰਿਕਮੈਂਡ ਕਰਦੇ ਆ ਗਵਰਨਰ ਜਨਰਲ ਨੂੰ, ਜਿਹੜੀ ਕਿ ਆਲਮੋਸਟ ਉਹਨਾਂ ਨੂੰ ਮੰਨਣੀ ਪੈਂਦੀ ਹੈ। ਬਿਲਕੁਲ ਜੀ। ਕਿਉਂਕਿ ਜਿਵੇਂ ਇੰਡੀਆ 'ਚ ਪ੍ਰੈਜ਼ੀਡੈਂਟ ਆਫ ਇੰਡੀਆ ਨੇ, ਹਾਂਜੀ ਇੱਥੇ ਗਵਰਨਰ ਜਨਰਲ ਆਫ ਕੈਨੇਡਾ, ਬਿਲਕੁਲ ਜੀ। ਇਹ ਨੋਮੀਨਲ ਅਧਿਕਾਰੀ ਹੁੰਦੇ ਨੇ, ਨਾ ਮਾਤਰ ਕਹਿੰਦੇ ਉਹਨੂੰ ਆਪਾਂ। ਬਿਲਕੁਲ ਜੀ, ਤੇ ਬਿਲਕੁਲ। ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੀ ਜਿਹੜੀ ਰਿਕਮੈਂਡੇਸ਼ਨ ਆ ਉਹ ਮੰਨਣੀ ਪੈਂਦੀ ਹੈ, ਸਵੀਕਾਰ ਕਰਨੀ ਪੈਂਦੀ ਆ। ਤੇ ਉਸ ਤੋਂ ਬਾਅਦ ਜਿਹੜਾ ਚੀਫ ਇਲੈਕਟੋਰਲ ਆਫੀਸਰ ਹੁੰਦਾ, ਉਸ ਨੂੰ ਆਰਡਰ ਕਰਦਾ ਹੈ ਗਵਰਨਰ ਜਨਰਲ ਕਿ ਭਾਈ ਇਲੈਕਸ਼ਨ ਦੀ ਰਿਟ ਜਾਰੀ ਕਰ ਦਿੱਤੀ ਜਾਵੇ। ਬਿਲਕੁਲ ਜੀ। ਇਲੈਕਸ਼ਨ ਦੀ ਰਿਟ ਜਿਹੜੀ ਆ ਇੱਕ ਕਾਈਂਡ ਆਫ ਲੀਗਲ ਡਾਕੂਮੈਂਟ ਜਿਹੜਾ ਕਿ ਉਹਨਾਂ ਵੱਲੋਂ ਸਾਈਨ ਕਰਕੇ ਕੱਲੇ ਰਾਈਡਿੰਗ ਦੇ ਵਿੱਚ ਜਿਹੜੇ ਰਿਟਰਨਿੰਗ ਆਫੀਸਰ ਹੁੰਦੇ ਨੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ। ਬਿਲਕੁਲ ਜੀ। ਤੇ ਫਿਰ ਉਹਦੇ ਅਨੁਸਾਰ ਇਲੈਕਸ਼ਨ ਜਿਹੜੇ ਆ ਉਹ ਉਹਦੀ ਕਰਵਾਈ ਪ੍ਰਕਿਰਿਆ ਜਾਂਦੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਜੀ। ਔਰ ਮੈਂ ਇੱਥੇ ਤੁਹਾਡੇ ਕੋਲ ਹੁਣ ਥੋੜਾ ਜਿਹਾ ਪੁੱਛਣਾ ਚਾਹੂੰਗਾ ਕਿ ਜਿਹੜਾ ਇੱਕ ਕੈਂਡੀਡੇਟਸ ਨੂੰ ਨੋਮੀਨੇਟ ਕੀਤਾ ਜਾਂਦਾ, ਹਾਂਜੀ। ਕਿਉਂਕਿ ਇੱਕ ਵਾਰੀ ਡਿਕਲੇਅਰ ਹੋ ਗਿਆ ਇਲੈਕਸ਼ਨ, ਹਾਂਜੀ। ਡੈਫੀਨੇਟਲੀ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕਰਨੇ ਨੇ। ਬਿਲਕੁਲ ਜੀ, ਬਿਲਕੁਲ। ਹਰੇਕ ਹਲਕੇ ਦੇ 338 ਹਲਕੇ ਨੇ, ਬਿਲਕੁਲ। ਸੋ ਦੈਟ ਮੀਨਸ 338 ਵੱਖ-ਵੱਖ ਪਾਰਟੀਆਂ ਆਪਣੇ ਖੜੇ ਕਰ ਸਕਦੀਆਂ ਨੇ। ਜ਼ਰੂਰੀ ਨਹੀਂ ਵੀ ਤੁਸੀਂ ਇਹਨੇ ਕਰਨੇ ਆ, ਹਾਂਜੀ। ਡਿਪੈਂਡਿੰਗ ਅਪਨ ਯੋਰ ਸਟਰੈਂਥ ਇਨ ਬਿਲਕੁਲ ਡਿਫਰੈਂਟ ਬਿਲਕੁਲ। ਏਰੀਆਜ਼। ਹਾਂਜੀ, ਜਾਂ ਪਪੂਲੈਰਿਟੀ। ਤੇ ਹਾਂਜੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇਹ ਨੋਮੀਨੇਸ਼ਨ ਪ੍ਰੋਸੀਜਰ ਹੈਗਾ ਵਾ, ਇੰਡੀਆ ਨਾਲੋਂ ਕਿਵੇਂ ਡਿਫਰੈਂਟ ਲੱਗਦਾ ਔਰ ਕਿਵੇਂ ਬਿਹਤਰ ਲੱਗਦਾ ਤੁਹਾਨੂੰ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਿਹੜਾ ਇੰਡੀਆ ਦਾ ਸਿਸਟਮ ਅਸੀਂ ਜਾਣਦੇ ਹਾਂ ਕਿ ਟਿਕਟ ਲੈਣਾ ਜਿਹੜਾ ਹੈ, ਖਾਸ ਕਰਕੇ ਜਦੋਂ ਕਦੀ ਇਹ ਹਵਾ ਹੋਵੇ ਕਿ ਫਲਾਨੀ ਪਾਰਟੀ ਜਿਹੜੀ ਹੈ ਉਹਦੀ ਵਿਨੇਬਿਲਿਟੀ ਬਹੁਤ ਜ਼ਿਆਦਾ ਹੈ, ਉਹਦੇ ਜਿੱਤਣ ਦੇ ਚਾਂਸ ਬਹੁਤ ਜ਼ਿਆਦਾ ਨੇ, ਤੇ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਰੋੜਾਂ ਤੇ ਅਰਬਾਂ ਰੁਪਏ ਖਰਚੇ ਜਾਂਦੇ ਨੇ ਟਿਕਟ ਲੈਣ ਲਈ, ਕਿਉਂਕਿ ਸਾਰਾ ਸਿਸਟਮ ਹੀ ਇਸੇ ਤਰ੍ਹਾਂ ਗੰਦਲਾਇਆ ਹੋਇਆ। ਲੇਕਿਨ ਇੱਥੇ ਜਿਹੜਾ ਸਿਸਟਮ ਕੈਨੇਡਾ ਦਾ ਹੈ, ਉਹਦੇ ਵਿੱਚ ਇੱਕ ਜਿਹੜੀ ਪ੍ਰਕਿਰਿਆ ਉਹਦੀ ਪ੍ਰਕਿਰਿਆ ਉਹ ਕਾਫੀ ਸਮਾਂ ਪਹਿਲਾਂ ਪੂਰੀ ਕੀਤੀ ਜਾਂਦੀ ਹੈ। ਬਿਲਕੁਲ। ਉਹਨੂੰ ਅਸੀਂ ਇੱਕ ਨੋਮੀਨੇਸ਼ਨ ਸਿਸਟਮ ਕਹਿੰਦੇ ਆ। ਮੰਨ ਲਓ ਅਗਰ ਕਿਸੇ ਰਾਈਡਿੰਗ ਤੇ ਇੱਕ ਤੋਂ ਵਧੇਰੇ ਉਮੀਦਵਾਰ ਨੇ ਟਿਕਟ ਦੇ ਚਾਹਵਾਨ ਕਿਸੇ ਪਾਰਟੀ ਤੋਂ, ਤੇ ਉਹ ਪਾਰਟੀ ਦੇ ਕੋਲ ਵੈਸੇ ਜ਼ਰੂਰੀ ਨਹੀਂ ਹੈ, ਉਹ ਨੋਮੀਨੇਟ ਵੀ ਕਰ ਸਕਦੇ ਨੇ। ਪਿਛਲੇ ਕੁਝ ਆਪਣੇ ਜਿਹੜੇ ਸਾਲ ਨੇ ਉਹਨਾਂ ਦੇ ਵਿੱਚ ਨੋਮੀਨੇਟ ਹੋਣ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹ ਕਾਫੀ ਨੇ, ਲੇਕਿਨ ਫਿਰ ਵੀ ਮੋਟੇ ਤੌਰ ਤੇ ਇਹ ਹੁੰਦਾ ਹੈ ਕਿ ਅਗਰ ਇੱਕ ਤੋਂ ਵੱਧ ਜਿਹੜੇ ਵਿਅਕਤੀ ਉਹ ਚਾਹਵਾਨ ਨੇ, ਤੇ ਫਿਰ ਪਾਰਟੀ ਜਿਹੜੀ ਆ ਆਪਣੀਆਂ ਜਿਹੜੀਆਂ ਸਿਰਫ ਪਾਰਟੀ ਦੀਆਂ ਵੋਟਾਂ ਹੁੰਦੀਆਂ ਨੇ, ਜਿਹੜੇ ਪਾਰਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਲਈ ਹੁੰਦੀ ਹੈ ਜੀ, ਮੇਰਾ ਖਿਆਲ ਫਿਕਸ ਰੇਟ ਹੈ $10 ਜਿਹੜਾ ਪਾਰਟੀ ਦੀ ਮੈਂਬਰਸ਼ਿਪ ਦਾ। ਤੁਸੀਂ $10 ਲਾਓ ਕਿਸੇ ਵੀ ਪਾਰਟੀ ਦੀ ਜਿਹਨੂੰ ਤੁਸੀਂ ਚਾਹੁੰਦੇ ਹੋ ਉਹਦੀ ਮੈਂਬਰਸ਼ਿਪ ਲਾਓ, ਤੇ ਤੁਸੀਂ ਜਿਹੜੀ ਨੋਮੀਨੇਸ਼ਨ ਦੀ ਪ੍ਰਕਿਰਿਆ ਉਹਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ। ਇੱਕ ਮੈਂ ਖਾਸ ਗੱਲ ਦੱਸ ਦਿਆਂ ਕਿ ਨੋਮੀਨੇਸ਼ਨ ਦੇ ਵਿੱਚ ਵੋਟ ਪਾਉਣ ਲਈ ਜਿਹੜੀ ਹੁਣ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਵੋਟ ਪਾਉਣ ਲਈ ਜਿਹੜੀ ਕੰਡੀਸ਼ਨ ਹੈ ਉਹ 'ਚ 18 ਸਾਲ ਤੋਂ ਉੱਪਰ ਦੀ ਉਮਰ ਹੋਣੀ ਚਾਹੀਦੀ ਹੈ, ਤੁਸੀਂ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਆ, ਤੇ ਤੁਸੀਂ ਆਪਣਾ ਐਡਰੈਸ ਦਾ ਸਬੂਤ ਦਿਓ, ਉਸ ਹਲਕੇ ਵਿੱਚ ਤੁਸੀਂ ਵੋਟ ਪਾ ਸਕਦੇ ਹੋ। ਲੇਕਿਨ ਨੋਮੀਨੇਸ਼ਨ ਦੇ ਵਿੱਚ ਥੋੜ੍ਹੀ ਜਿਹੀ ਸ਼ਰਤ ਵੱਖਰੀ ਹੈ, ਉਹਦੇ ਵਿੱਚ ਕੈਨੇਡੀਅਨ ਸਿਟੀਜ਼ਨ ਹੋਣਾ ਲਾਜ਼ਮੀ ਨਹੀਂ ਹੈ, ਇਮੀਗ੍ਰੈਂਟ ਵੀ ਵੋਟ ਪਾ ਸਕਦੇ ਨੇ। ਸੋ ਨੋਮੀਨੇਸ਼ਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਕਈ ਵਾਰ ਇਸ ਗੱਲ 'ਤੇ ਵੀ ਕਿੰਤੂ ਪਰੰਤੂ ਕੀਤਾ ਜਾਂਦਾ ਹੈ ਕਿ ਇਹ ਵੱਖਰੀ ਗੱਲ ਕਿਉਂ ਹੈ। ਲੇਕਿਨ ਬਹੁਤ ਵਾਰੀ ਜਦੋਂ, ਕਿਉਂਕਿ ਖਾਸ ਕਰਕੇ ਅਗਰ ਅਸੀਂ ਪੰਜਾਬੀਆਂ ਦੇ ਤੌਰ ਤੇ ਗੱਲ ਕਰੀਏ, ਗੱਲ ਕੀਤੀ ਜਾਂਦੀ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਜਿਹੜੇ ਪੋਲੀਟਿਕਸ ਦੇ ਵਿੱਚ ਆਏ ਨੇ, ਤੇ ਉਹਦੇ ਵਿੱਚ ਕੁਝ ਲੋਕ ਇਸ ਗੱਲ ਤੇ ਇਤਰਾਜ਼ ਵੀ ਕਰਦੇ ਨੇ ਕਿ ਨੋਮੀਨੇਸ਼ਨ ਦੀ ਜਿਹੜੀ ਪ੍ਰੋਸੈਸ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਨਹੀਂ ਕੀਤੀ ਜਾਂਦੀ। ਲੋਕਾਂ ਨੂੰ ਮੈਂਬਰਸ਼ਿਪ ਜਿਹੜੀ ਹੈ ਉਹ ਆਪਣੇ ਜਿਹੜੇ ਸੱਜਣ ਮਿੱਤਰ ਨੇ, ਅਗਰ ਉਹਨਾਂ ਨੂੰ ਪਾਰਟੀ ਦੇ ਨਾਲ ਕੋਈ ਨਹੀਂ ਵੀ ਸੰਬੰਧ, ਉਹਨਾਂ ਦੀ ਮੈਂਬਰਸ਼ਿਪ ਦਵਾ ਕੇ ਉਹਨਾਂ ਤੋਂ ਵੋਟਾਂ ਪਾਈਆਂ ਜਾਂਦੀਆਂ ਨੇ। ਲੇਕਿਨ ਸਿਸਟਮ ਇਹ ਜਿਹੜਾ ਹੈ ਇੰਡੀਆ ਵਾਲੇ ਸਿਸਟਮ ਨਾਲ ਫਿਰ ਵੀ ਮੈਂ ਕਹਾਂਗਾ ਕਿ ਕੁਝ ਨਾ ਕੁਝ, ਕਿ ਇਹ ਨਹੀਂ ਹੈ ਕਿ ਅਗਰ ਕੋਈ ਪਾਰਟੀ ਜਿਹੜੀ ਹੈ ਉਹਦਾ ਜਿਹੜਾ ਚੀਫ ਹੈ, ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਹੁਣ ਅੱਜ ਕਹੀਏ ਵੀ ਆਪਣੇ ਸੁਖਬੀਰ
ਸਿੰਘ ਬਾਦਲ ਨੇ ਜਾਂ ਕੈਪਟਨ ਜੀ ਨੇ ਜਾਂ ਸਿੱਧੂ ਸਾਹਿਬ ਹੋਣਗੇ, ਪਤਾ ਨਹੀਂ ਕਿੰਨੀ ਟਿਕਟਾਂ ਵੰਡਣੀਆਂ ਨੇ, ਲੇਕਿਨ ਜਿਹਦੇ ਹੱਥ ਵਿੱਚ ਟਿਕਟਾਂ ਵੰਡਣ ਦੀ ਕਮਾਂਡ ਆਈ ਉਹਦੀਆਂ ਫਿਰ ਕੀ ਕਹਿੰਦੇ ਜੀ ਆਪਣੇ 10 ਉਂਗਲਾਂ ਘਿਓ 'ਚ ਹੁੰਦੀਆਂ ਨੇ, ਸਿਰ ਕੜਾਈ 'ਚ ਤੇ ਸਿਰ ਕੜਾਈ 'ਚ ਹੁੰਦਾ ਹੈ। ਠੀਕ ਹੈ ਜੀ। ਹਾਂਜੀ, ਤੇ ਤੁਸੀਂ ਕਹਿ ਸਕਦੇ ਕੁੱਲ ਮਿਲਾ ਕੇ ਵੀ ਪਾਰਟੀਆਂ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈਗੀ ਆ। ਬਿਲਕੁਲ ਜੀ। ਸੋ ਇਹ ਜਸਟ ਠਾ ਕਰਕੇ ਸੀਟਾਂ ਨਹੀਂ ਦਿੰਦੇ। ਹਾਂਜੀ, ਤੇ ਤੁਸੀਂ ਉੱਥੇ ਤੁਹਾਨੂੰ ਇਲੈਕਸ਼ਨ ਲੜਨਾ ਵੀ ਪੈ ਸਕਦਾ ਇੰਟਰਨਲ ਪਾਰਟੀ ਦੇ ਵਿੱਚ। ਬਿਲਕੁਲ, ਦੇਖੋ ਇੱਕ ਸਿਸਟਮ ਹੈ, ਅਗਰ ਸਿਸਟਮ ਨੂੰ ਵੀ ਕੋਈ ਅਬਿਊਜ਼ ਕਰ ਰਿਹਾ ਹੈ ਜਾਂ ਇਹਦੀਆਂ ਕੋਈ ਤਰੁੱਟੀਆਂ ਨੇ, ਇਹ ਤਰੁੱਟੀਆਂ ਦੂਰ ਕੀਤੀਆਂ ਜਾ ਸਕਦੀਆਂ ਨੇ ਜੀ। ਹਾਂਜੀ, ਲੇਕਿਨ ਸਿਸਟਮ ਜ਼ਰੂਰ ਹੈ ਔਰ ਮੈਨੂੰ ਲੱਗਦਾ ਕਿ ਇਹ ਵਧੀਆ ਸਿਸਟਮ ਹੈ। ਠੀਕ ਹੈ। ਤੇ ਭਾਜੀ ਜਦੋਂ ਸੀਟਸ ਡਿਕਲੇਅਰ ਹੋ ਗਈਆਂ, ਹਾਂਜੀ, ਵੀ ਇਲੈਕਸ਼ਨ ਡਿਕਲੇਅਰ ਹੋ ਗਏ, ਤੇ ਉਸ ਤੋਂ ਬਾਅਦ ਆਪਾਂ ਜਿੱਦਾਂ ਆਪਾਂ ਇੰਡੀਆ 'ਚ ਕਹਿ ਦਿੰਦੇ ਆ ਚੋਣ ਹਲਕੇ ਕਹਿ ਦਿੰਦੇ ਆ, ਇਲੈਕਟੋਰਲ ਕਨਸਟੀਚੁਐਂਸੀਜ਼ ਕਹਿ ਦਿੰਦੇ ਆ, ਰਾਈਡਿੰਗ ਕਹਿ ਦਿੰਦੇ ਆ, ਰਾਈਡਿੰਗ। ਔਰ ਇੱਥੇ ਇੱਕ ਪਾਰਟਿਕੂਲਰ ਟਰਮ ਯੂਜ਼ ਕਰਦੇ ਆ ਇਲੈਕਟੋਰਲ ਡਿਸਟ੍ਰਿਕਟ। ਬਿਲਕੁਲ ਜੀ, ਉਹਨੂੰ ਆਪਾਂ ਇਲੈਕਟੋਰਲ ਡਿਸਟ੍ਰਿਕਟ ਕਹਿ ਦਿੰਦੇ ਆ। ਔਰ ਉਹਦੇ ਵਾਸਤੇ ਜਿਹੜਾ ਫੈਡਰਲ ਇਲੈਕਸ਼ਨ ਕਮਿਸ਼ਨ ਆ, ਜਾਂ ਆਪਾਂ ਇਹਨੂੰ ਕੈਨੇਡਾ ਇਲੈਕਸ਼ਨ ਕਹਿੰਦੇ ਆ, ਉਹਦੇ ਵੱਲੋਂ ਇੱਕ ਰਿਟਰਨਿੰਗ ਆਫੀਸਰ ਅਪਾਇੰਟ ਹੁੰਦਾ। ਬਿਲਕੁਲ ਜੀ, ਬਿਲਕੁਲ। ਉਹਦੀ ਸਾਰੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨੇ ਉੱਥੇ ਪੋਲਸ ਕਰਵਾਉਣੀਆਂ ਨੇ, ਉਸ ਤੋਂ ਬਾਅਦ ਕਾਊਂਟਿੰਗ ਕਰਾਉਣੀ ਆ, ਜਿਹੜਾ ਬੰਦਾ ਜਿੱਤਦਾ ਵਾ ਉਹਦੇ ਨਾਮ ਦੇ ਨੀਚੇ ਸਿਗਨੇਚਰ ਕਰਕੇ ਤੇ ਉਹ ਚੀਫ ਇਲੈਕਟੋਰਲ ਆਫੀਸਰ ਨੂੰ ਵਾਪਸ ਭੇਜਣੀ ਆ। ਬਿਲਕੁਲ ਜੀ। ਔਰ ਬਾਅਦ ਦੇ ਵਿੱਚ ਜਿਹੜਾ ਚੀਫ ਇਲੈਕਟੋਰਲ ਆਫੀਸਰ ਹੁੰਦਾ ਵਾ, ਉਸਨੇ ਸਰਟੀਫਾਈਡ ਕਰਨਾ ਹੁੰਦਾ ਵੀ ਕਿਹੜੇ ਜਿਹੜੇ ਪਾਰਟੀਆਂ ਦੇ ਮੈਂਬਰ ਆ, ਕਿਹੜੀ ਰਾਈਡਿੰਗ ਤੋਂ, ਕਿਹੜੇ ਇਲੈਕਟੋਰਲ ਡਿਸਟ੍ਰਿਕਟ ਤੋਂ ਕੌਣ ਜਿੱਤ ਗਿਆ। ਬਿਲਕੁਲ। ਔਰ ਉਸ ਤੋਂ ਬਾਅਦ ਜਿਹੜੇ ਇਲੈਕਟਡ ਮੈਂਬਰ ਹੁੰਦੇ ਨੇ ਉਹਨਾਂ ਨੂੰ ਸਹੁੰ ਚੁਕਾਈ ਜਾਂਦੀ ਆ ਬਾਏ ਦੀ ਕਲਰਕ ਆਫ ਦੀ ਹਾਊਸ ਆਫ ਕਾਮਨ। ਸੋ ਥੋੜਾ ਜਿਹਾ ਡਿਫਰੈਂਟ ਆ, ਕਿਉਂਕਿ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਬਿਲਕੁਲ ਸਹੁੰ ਚੁਕਾਉਂਦਾ ਵਾ। ਹਾਂਜੀ, ਤੇ ਇੱਥੇ ਥੋੜਾ ਜਿਹਾ ਇਹ ਡਿਫਰੈਂਟ ਲੱਗਿਆ ਮੈਨੂੰ। ਬਿਲਕੁਲ ਵੱਖਰਾ ਹੈ ਜੀ। ਤੇ ਹੁਣ ਥੋੜੀ ਜਿਹੀ ਗੱਲਬਾਤ ਕਰਦੇ ਆ ਕਿ ਜਿਹੜਾ ਇੱਥੇ ਸਟਾਫ ਹੁੰਦਾ ਨਾ, ਇਹ ਕਿਉਂਕਿ ਮੁੱਦਾ ਮੈਨੂੰ ਲੱਗਿਆ ਵੀ ਥੋੜਾ ਡਿਸਕਸ ਕਰਨਾ ਚਾਹੀਦਾ, ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਇੰਡੀਆ ਦਾ ਔਰ ਇੱਥੋਂ ਦਾ ਜਿਹੜਾ ਸਟਾਫਿੰਗ ਸਿਸਟਮ ਆ, ਇਲੈਕਸ਼ਨ ਪ੍ਰੋਸੈਸ ਹੈ, ਕਿਵੇਂ ਡਿਫਰੈਂਟ ਆ ਔਰ ਕਿਵੇਂ ਅਸੀਂ ਵੀ ਉੱਥੇ ਥੋੜੀਆਂ ਬਹੁਤੀਆਂ ਇੰਪਰੂਵਮੈਂਟਸ ਕਰ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਸੋ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਦੱਸਿਓ ਕਿ ਜਿਹੜਾ ਇਲੈਕਟੋਰਲ ਸਟਾਫ ਹੁੰਦਾ ਵਾ ਉਹ ਕਿਵੇਂ ਡਿਫਰੈਂਟ ਆ। ਦੇਖੋ ਜੀ, ਆਪਾਂ ਮੇਰੇ ਖਿਆਲ ਇੰਡੀਆ ਦੇ ਵਿੱਚ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਆਮ ਤੌਰ ਤੇ ਜੀ ਜਿਹੜੇ ਗਵਰਨਮੈਂਟ ਇੰਪਲੋਈਜ਼ ਨੇ, ਜਿਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਟੀਚਰ ਆ ਜਾਂਦੇ, ਅਧਿਆਪਕ ਵਰਗ, ਹਾਂਜੀ, ਅਧਿਆਪਕ ਵਰਗ ਹੈ। ਔਰ ਉਸ ਤੋਂ ਬਾਅਦ ਫਿਰ ਜਿਹੜੇ ਖਾਸ ਕਰਕੇ ਅਗਰ ਪਿੰਡਾਂ ਦੀ ਗੱਲ ਕਰੀਏ ਤੇ ਰੂਰਲ ਏਰੀਆ ਦੇ ਵਿੱਚ ਪਟਵਾਰੀ ਜਾਂ ਹੋਰ ਜਿਹੜੇ ਕਲਰਕ ਲੈਵਲ ਦੇ ਬੰਦੇ, ਹਾਂਜੀ, ਇਹਨਾਂ ਸਾਰੇ ਲੋਕਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ। ਔਰ ਬਹੁਤ ਵਾਰ ਇਸ ਤਰ੍ਹਾਂ ਦੀਆਂ ਕੰਪਲੇਂਟਸ ਵੀ ਉਹਨਾਂ ਵਿਅਕਤੀਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਜੀ ਬਸ ਜਿਸ ਦਿਨ ਵੋਟਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਇੱਕ ਦਿਨ ਸ਼ਾਮ ਨੂੰ ਕਿਸੇ ਟਰੱਕਾਂ ਦੇ, ਕਿਸੇ ਟੈਂਪੂ ਨੂੰ ਫੜ ਕੇ ਤੇ ਕਿਸੇ ਗੱਡੀ ਨੂੰ ਫੜ ਕੇ ਧੱਕੇ ਨਾਲ ਬਿਠਾ ਦਿੱਤਾ ਜਾਂਦਾ, ਨਾਲ ਡੱਬੇ ਦਿੱਤੇ ਜਾਂਦੇ ਨੇ ਕਿ ਜਾਓ ਜੀ ਜਾ ਕੇ ਪਤਾ ਕਰੋ। ਤੇ ਕਈ ਵਾਰ ਵੈਸੇ ਤਾਂ ਹੁਣ ਚਲੋ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਅਜੇ ਅਸੀਂ ਪਿੰਡ ਦੀ ਪੰਚਾਇਤਾਂ ਦੀ ਗੱਲ ਕਰੀਏ ਜਾਂ ਕੁਝ ਨਾ ਕੋਈ ਸਿਸਟਮ ਹੈ, ਲੇਕਿਨ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜਿਹੜਾ ਰੂਰਲ ਇੰਡੀਆ, ਕਿਉਂਕਿ ਮੈਂ ਪਿੱਛੇ ਇੱਕ ਸਟੈਟ ਪੜ੍ਹ ਰਿਹਾ ਸਾਂ, ਯੂਪੀ ਦੇ ਵਿੱਚ ਜਾਂ ਬਿਹਾਰ ਦੇ ਵਿੱਚ 30 ਤੋਂ 35% ਲੋਕ ਪਾਵਰਟੀ ਲਾਈਨ ਤੋਂ ਥੱਲੇ ਨੇ। ਉੱਥੇ ਪਿੰਡਾਂ ਦੀ ਡਿਵੈਲਪਮੈਂਟ ਕੀ ਹੋਵੇਗੀ, ਉੱਥੇ ਇਲੈਕਸ਼ਨ ਕਰਾਉਣ ਲਈ ਜਿਹੜਾ ਅਮਲਾ ਜਾਂਦਾ ਹੈ ਉਹਨੂੰ ਕੀ ਸਹੂਲਤਾਂ ਹੋਣਗੀਆਂ ਔਰ ਸਰਕਾਰ ਕੀ ਕਰਦੀ ਹੈ। ਸੋ ਉਹ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ। ਲੇਕਿਨ ਉਹਦੇ ਉਲਟ ਕੈਨੇਡਾ ਦੇ ਵਿੱਚ ਇਹਨਾਂ ਨੇ ਸਿਸਟਮ ਇਸ ਤਰ੍ਹਾਂ ਦਾ ਰੱਖਿਆ ਕਿ ਟੈਂਪਰੇਰੀ ਬੇਸ ਤੇ ਡਿਊਰਿੰਗ ਇਲੈਕਸ਼ਨ ਪੀਰੀਅਡ ਲੋਕਾਂ ਨੂੰ ਹਾਇਰ ਕੀਤਾ ਜਾਂਦਾ ਹੈ। ਇਹ ਟੈਂਪਰੇਰੀ ਇੰਪਲੋਇਮੈਂਟ ਇੱਕ ਹੁੰਦੀ ਹੈ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਸ ਟ੍ਰੇਨਿੰਗ ਦੇ ਵਿੱਚ ਉਹ ਲੋਕ ਫਿਰ ਵੋਟਾਂ ਦੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਕਰਾਉਂਦੇ ਨੇ। ਬਿਲਕੁਲ ਜੀ, ਟ੍ਰੇਨਿੰਗ ਵੀ ਦਿੱਤੀ ਜਾਂਦੀ, ਪਹਿਲਾਂ ਉਹਨਾਂ ਦੀ ਸਕਰੂਟਨੀ ਹੁੰਦੀ ਹੈ, ਬਿਲਕੁਲ ਉਹਨਾਂ ਦੀ ਇੱਕ ਐਲੀਜੀਬਿਲਟੀ ਹੁੰਦੀ ਹੈ, ਕੁਆਲੀਫਿਕੇਸ਼ਨ ਹੁੰਦੀ ਆ। ਹਾਂਜੀ, ਮੈਨੂੰ ਭਾਜੀ ਥੋੜਾ ਜਿਹਾ ਨਿੱਜੀ ਤਜਰਬਾ ਰਿਹਾ ਵਾ। ਠੀਕ ਹੈ। ਮੈਂ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਵੀ ਉੱਥੇ ਰਿਟਰਨਿੰਗ ਆਫੀਸਰ ਰਿਹਾ ਵਾ ਜੀ। ਅੱਛਾ ਜੀ। ਔਰ ਇੱਥੇ ਕੈਨੇਡਾ ਦੇ ਵਿੱਚ ਵੀ ਮਿਊਨਿਸਪਲ ਤੇ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਡਿਪਟੀ ਰਿਟਰਨਿੰਗ ਆਫੀਸਰ ਬਣਨ ਦਾ ਮੈਨੂੰ ਮੌਕਾ ਮਿਲਿਆ। ਵਾਹ ਜੀ। ਤੇ ਮੈਂ ਵਾਕਈ ਜਦੋਂ ਦੇਖਿਆ ਫਰਕ ਬਹੁਤ ਆ, ਜ਼ਮੀਨ ਅਸਮਾਨ ਦਾ ਵਾ। ਉੱਥੋਂ ਦੀ ਗੱਲ ਮੈਨੂੰ ਯਾਦ ਹੈ, ਐਸਡੀਐਮ ਸਾਹਿਬ ਨੇ ਸ਼ਾਮਾਂ ਨੂੰ ਬਕਸਾ ਫੜਾਤਾ। ਹਾਂਜੀ, ਬਿਲਕੁਲ। ਕਹਿੰਦੇ ਬਾਗੇ ਆ ਵਿੱਚੇ ਬਰੋਸ਼ਰ ਜਾ ਕੇ ਪੜ੍ਹ ਲਓ, ਟ੍ਰੇਨਿੰਗ ਹਾਂਜੀ, ਹਾਂਜੀ, ਬਿਲਕੁਲ ਬਿਲਕੁਲ। ਸੋ ਕਹਿਣ ਦਾ ਮਤਲਬ ਵੀ ਐਡੀ ਵੱਡੀ ਜ਼ਿੰਮੇਵਾਰੀ ਆ, ਇੱਕ ਪਿੰਡ ਜਾਂ ਹਲਕੇ ਦੀ ਤੁਸੀਂ ਪੂਰੀ ਜ਼ਿੰਮੇਵਾਰੀ ਲੈ ਰਹੇ ਜੇ। ਬੰਦੇ ਨੂੰ ਪ੍ਰੋਪਰ ਜਾਣਕਾਰੀ ਤਾਂ ਹੋਵੇ ਵੀ ਕਰਨਾ ਕੀ ਜਾ ਕੇ। ਬਿਲਕੁਲ, ਬਿਨਾਂ ਕਈ ਵਾਰੀ ਇਹ ਵੀ ਹੁੰਦਾ ਵੀ ਉੱਥੇ ਪ੍ਰੋਪਰ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਹੁੰਦੇ। ਨਹੀਂ ਜੀ, ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਇਹ ਕਿਉਂਕਿ ਇਹ ਗੱਲ ਜਿਹੜੀ ਹੈ ਅਸੀਂ ਕਈ ਵਾਰੀ ਹੋ ਸਕਦਾ ਪੰਜਾਬ ਦੇ ਵਿੱਚ, ਤੁਸੀਂ ਤਾਂ ਪੰਜਾਬ ਦੀ ਗੱਲ ਕਰਦੇ ਹੋਵੋਗੇ, ਫਿਰ ਵੀ ਮੈਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਕੋਈ ਮਚ ਬੈਟਰ, ਹਾਂਜੀ ਮਚ ਬੈਟਰ ਹੈ। ਲੇਕਿਨ ਅਜੇ ਤੱਕ ਬਹੁਤ ਸਾਰੇ ਇੰਡੀਆ ਦੇ ਹਿੱਸੇ ਉੱਥੇ ਨੇ, ਉੱਥੇ ਮੈਨੂੰ ਲੱਗਦਾ ਇੰਪਰੂਵਮੈਂਟ ਦੀ ਜ਼ਰੂਰਤ ਹੈ ਜੀ। ਲੇਕਿਨ ਇਹ ਸਿਸਟਮ ਕਾਫੀ ਚੰਗਾ ਜੀ ਇਸ ਪੱਖੋਂ।
ਤੇ ਮੈਂ ਦੱਸ ਦਵਾਂ ਜੀ, ਜਿਹੜਾ ਇੱਥੇ ਸਟਾਫ ਹਾਇਰ ਕੀਤਾ ਜਾਂਦਾ ਵਾ, ਹਾਂਜੀ। 2 ਤਰ੍ਹਾਂ ਦਾ ਸਟਾਫ ਹੁੰਦਾ ਵਾ। ਇੱਕ ਤੇ ਜਿਹੜਾ ਇਲੈਕਸ਼ਨਸ ਕੈਨੇਡਾ ਸੈਂਟਰਲ ਲੈਵਲ ਤੇ ਓਟਵਾ 'ਚ ਭਰਤੀ ਕੀਤਾ ਜਾਂਦਾ ਵਾ, ਹਾਂਜੀ ਉਹਦਾ ਕੰਮ ਹੁੰਦਾ ਵਾ ਕਿ ਪਲਾਨ ਤੇ ਪ੍ਰਿਪੇਅਰ ਕਰਨਾ ਸਾਰੇ ਇਲੈਕਸ਼ਨ ਪ੍ਰੋਸੀਜਰ ਨੂੰ, ਬਿਲਕੁਲ ਤੇ ਲਗਭਗ 36 ਤੋਂ 50 ਦਿਨ, ਕਿਉਂਕਿ ਇਹ ਦਿਨ ਬਿਲਕੁਲ, ਨਿਰਧਾਰਿਤ ਇੰਨਾ- ਕੀਤੇ ਗਏ ਇੰਨੇ ਨੇ, time ਇੰਨੇ period। ਟਾਈਮ ਵਾਸਤੇ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ। ਨੰਬਰ 2 ਤੇ ਆ ਗਈ ਰਿਟਰਨਿੰਗ ਆਫੀਸਰ। ਹਰੇਕ ਰਾਈਡਿੰਗ ਦਾ ਇੱਕ ਅਲੱਗ ਰਿਟਰਨਿੰਗ ਉਹ ਆਫੀਸਰ ਵੱਖਰਾ ਹੋਏਗਾ ਜੀ। ਹਾਂਜੀ ਉਹ 500 ਬੰਦੇ ਨੂੰ ਹਾਇਰ ਕਰ ਸਕਦਾ। ਸੋ ਉਹਨਾਂ ਨੇ ਉਹ ਪੂਰੀ ਰਾਈਡਿੰਗ ਦੇ ਵਿੱਚ, ਜਿਹਦੇ ਵਿੱਚ ਡਿਪਟੀ ਰਿਟਰਨਿੰਗ ਆਫੀਸਰ ਹੁੰਦੇ ਨੇ, ਪੋਲਿੰਗ ਕਲਰਕ ਹੁੰਦੇ ਨੇ, ਡਾਟਾ ਐਂਟਰੀ ਆਪਰੇਟਰ ਹੁੰਦੇ ਨੇ, ਪਰ ਸਭ ਤੋਂ ਵੱਡੀ ਗੱਲ ਇੱਕ ਮੈਂ ਦੱਸੀ ਭੁੱਲ ਗਿਆ ਆਪਣੇ ਦਰਸ਼ਕਾਂ ਨੂੰ, ਇੱਥੇ ਸਿਕਿਉਰਿਟੀ ਕੋਈ ਬਹੁਤੀ ਉਦਾਂ ਦੀ ਨਹੀਂ ਹੁੰਦੀ ਜਿੱਦਾਂ ਇੰਡੀਆ ਦੇ ਵਿੱਚ ਆਰਮਡ ਫੋਰਸਸ ਲਾਉਣੀਆਂ ਪੈਂਦੀਆਂ ਤੁਹਾਨੂੰ, ਹਾਂਜੀ ਜਾਂ ਪੁਲਿਸ ਦਾ ਬੰਦੋਬਸਤ ਕਰਨਾ ਪੈਂਦਾ। ਹਾਂਜੀ ਹਾਂਜੀ ਕਈ ਵਾਰੀ ਇੱਥੇ ਚੋਣ ਹਲਕਿਆਂ ਦੇ ਵਿੱਚ ਸਿਰਫ ਇੱਕ ਸਿਕਿਉਰਿਟੀ ਗਾਰਡ ਹੁੰਦਾ ਪ੍ਰਾਈਵੇਟ, ਬਿਲਕੁਲ ਜੀ। ਔਰ ਕਈ ਵਾਰੀ ਉਹ ਵੀ ਨਹੀਂ ਹੁੰਦਾ। ਨਹੀਂ, ਗੱਲ ਇਹ ਹੈ ਜੀ ਕਿ ਕਿਉਂਕਿ ਅਜੇ ਤੱਕ ਇਸ ਕਿਸਮ ਦਾ ਕੋਈ ਘਟਨਾ ਨਹੀਂ ਹੋਈ ਤੇ ਇਹ ਸਿਸਟਮ ਚੱਲ ਰਿਹਾ ਹੈ, ਲੇਕਿਨ ਭਾਰਤ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜੇ ਜਿਸ ਤਰ੍ਹਾਂ ਦਾ ਸਿਸਟਮ ਹੈ ਉੱਥੇ ਸਿਕਿਉਰਿਟੀ ਦੀ ਬੂਥ ਕੈਪਚਰਿੰਗ ਹੋ ਜਾਂਦੀ ਹੈ, ਕਿਉਂਕਿ ਸਾਨੂੰ- ਵਾਇਲੈਂਸ ਹੋ ਜਾਂਦੀ ਹੈ। ਬਿਲਕੁਲ ਜੀ। ਔਰ ਵੈਸੇ ਮੈਂ ਇਹਦੇ ਨਾਲ ਹੀ ਐਡ ਕਰਨਾ ਚਾਹੁੰਦਾ ਕਿ ਮੈਨੂੰ ਯਾਦ ਹੈ ਕਿ ਇੱਕ ਸਮਾਂ ਸੀ ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਟੋਟਲ ਇਲੈਕਸ਼ਨ ਦਾ ਪੀਰੀਅਡ ਸੀਗਾ ਉਹ ਕਾਫੀ ਘੱਟ ਹੁੰਦਾ ਸੀ ਜੀ। 10-20 ਦਿਨ ਦੇ ਵਿੱਚ ਇਲੈਕਸ਼ਨ ਹੋ ਜਾਂਦੀਆਂ ਸਨ। ਹੁਣ ਤੇ ਕਈ ਵਾਰ ਇਦਾਂ ਲੱਗਦਾ ਹੈ ਕਿ ਸਿਕਿਉਰਿਟੀ ਦੀ ਸਿਚੁਏਸ਼ਨ, ਮੈਨੂੰ ਲੱਗਦਾ ਹੈ ਸ਼ਾਇਦ ਡੀਗ੍ਰੇਡੇਸ਼ਨ ਹੋ ਰਹੀ ਹੈ। ਪਿੱਛੇ ਜੇ ਆਪਣੇ ਬੰਗਾਲ ਦੀ ਇਲੈਕਸ਼ਨ ਹੋ ਕੇ ਹਟੀ ਹੈ, ਇੱਕ ਸਟੇਟ ਦੀ ਇਲੈਕਸ਼ਨ ਕਰਾਉਣ ਦੇ ਵਿੱਚ 1 ਮਹੀਨਾ ਲੱਗਿਆ। ਸਹੀ ਗੱਲ ਹੈ ਜੀ। ਹਾਂਜੀ, ਕਾਰਨ ਕੋਈ ਹੋਰ ਵੀ ਹੋ ਸਕਦੇ ਨੇ, ਲੇਕਿਨ ਜਿਹੜਾ ਸਰਕਾਰ ਨੇ ਕਾਰਨ ਦੱਸਿਆ ਉਹਨੇ ਸਿਕਿਉਰਿਟੀ ਇਸ਼ੂ ਦੱਸਿਆ। ਸੋ ਬਹੁਤ ਜ਼ਿਆਦਾ, ਅਗਰ ਮੈਂ ਇਹ ਕਹਾਂ ਕਿ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਤੇ ਭਾਜੀ ਹੁਣ ਸਮਾਂ ਬ੍ਰੇਕ ਦਾ ਹੋ ਚੁੱਕਿਆ ਜੀ। ਹਾਂਜੀ। ਬ੍ਰੇਕ ਤੋਂ ਬਾਅਦ ਆਪਾਂ ਕੈਨੇਡਾ ਦੇ ਇਲੈਕਸ਼ਨ ਪ੍ਰੋਸੀਜਰ ਨਾਲ ਰਿਲੇਟਡ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਤੇ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ। ਜਲਦ ਹਾਜ਼ਰ ਹੋਣੇ ਜੀ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਆ ਸਰਦਾਰ ਗੁਰਿੰਦਰ ਸਿੰਘ ਹੀਰ ਜੀ ਦੇ ਨਾਲ। ਭਾਜੀ ਮੁੜ ਸਵਾਗਤ ਹੈ ਆਪ ਜੀ ਦਾ। ਮਿਹਰਬਾਨੀ ਜੀ। ਕੈਨੇਡਾ ਦੀ ਪੋਲਿਟਿਕਸ ਦੇ ਉੱਪਰ ਗੱਲਬਾਤ ਹੋ ਰਹੀ ਆ, ਇਲੈਕਸ਼ਨਸ ਦੇ ਉੱਪਰ ਗੱਲਬਾਤ ਹੋ ਰਹੀ ਆ, ਹਾਂਜੀ। ਤੇ ਥੋੜੀ ਜਿਹੀ ਹੋਰ ਜਾਣਕਾਰੀ ਸਾਂਝੇ ਕਰ ਲੈਂਦੇ ਆ ਕਿ ਜਿਵੇਂ ਇੰਡੀਆ ਦੇ ਵਿੱਚ ਵੋਟਰ ਸੂਚੀ ਹੁੰਦੀ ਆ ਜੀ, ਹਾਂਜੀ ਕੈਨੇਡਾ ਵਿੱਚ ਇਹਨੂੰ ਕਹਿੰਦੇ ਨੈਸ਼ਨਲ ਰਜਿਸਟਰ ਆਫ ਇਲੈਕਟਰਸ। ਬਿਲਕੁਲ। ਔਰ ਇਹ ਜਿਹੜੀ ਆ 1997 ਵਿੱਚ ਸਭ ਤੋਂ ਪਹਿਲੀ ਵਾਰੀ ਤਿਆਰ ਕੀਤੀ ਗਈ। ਉਸ ਤੋਂ ਬਾਅਦ ਲਗਾਤਾਰ ਇਸ ਨੂੰ ਅਪਡੇਟ ਕੀਤਾ ਜਾਂਦਾ। ਹਾਂਜੀ। ਤੇ ਅਕੋਰਡਿੰਗ ਟੂ ਰੀਸੈਂਟ ਡਾਟਾ 27 ਮਿਲੀਅਨ ਵੋਟਰਸ ਨੇ ਜੀ ਕੈਨੇਡਾ ਦੇ ਵਿੱਚ, ਜਿਨ੍ਹਾਂ ਨੇ ਵੋਟਾਂ ਦੇ ਵਿੱਚ ਹਿੱਸਾ ਲੈਣਾ ਪਾਉਣੀ ਆ। ਹਾਂਜੀ। ਤੇ ਜੇ ਸਾਰੇ ਪਾ ਦੇਣ ਤਾਂ, ਜੇ ਸਾਰੇ ਪਾ ਦੇਣ, ਡੈਫੀਨਿਟਲੀ ਵੋਟਿੰਗ ਪਰਸੈਂਟੇਜ ਹਮੇਸ਼ਾ ਇੰਨਾ ਨਹੀਂ ਹੁੰਦਾ, ਇੰਨਾ ਨਹੀਂ ਹੁੰਦਾ। ਤੇ ਥੋੜੀ ਜਿਹੀ ਗੱਲਬਾਤ ਅਸੀਂ ਕਰਦੇ ਹਾਂ ਜੀ ਇਲੈਕਟੋਰਲ ਡਿਸਟ੍ਰਿਕਟਸ ਦੀ ਰਿਵੀਜ਼ਨ ਬਾਰੇ, ਕਿਉਂਕਿ ਜਿਹੜੀਆਂ ਰਾਈਡਿੰਗਸ ਹੁੰਦੀਆਂ ਨੇ ਨਾ, ਟਾਈਮ ਟੂ ਟਾਈਮ ਉਹਨਾਂ ਦੀਆਂ ਪਾਪੂਲੇਸ਼ਨ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ ਨੇ। ਬਿਲਕੁਲ ਜੀ। ਤੇ ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਵੀ ਕਰ ਰਹੇ ਸੀ ਵੀ ਸੈਂਸਸ ਜਿਹੜੀ ਆ ਹੁੰਦੀ ਹੈ 10 ਸਾਲ ਬਾਅਦ, ਹਾਂਜੀ। ਔਰ ਸੈਂਸਸ ਤੋਂ ਬਾਅਦ ਉਹ ਰਿਵਿਊ ਕਰਦੇ ਨੇ ਕਿ ਭਾਈ ਪਾਪੂਲੇਸ਼ਨ ਦੇ ਵਿੱਚ ਕਿੰਨਾ ਕੁ ਫਰਕ ਪਿਆ। ਤੇ ਇਹਦੇ ਅਕੋਰਡਿੰਗਲੀ ਜੀ 2011 ਦੀ ਸੈਂਸਸ ਤੋਂ ਬਾਅਦ ਇਹਨਾਂ ਨੇ ਰਿਵਾਈਜ਼ ਕੀਤੇ ਸੀਗੇ। 308 ਸੀਟਾਂ ਸੀਗੀਆਂ ਪਹਿਲਾਂ ਹਾਊਸ ਆਫ ਕਾਮਨ ਦੀਆਂ, ਜਿਹੜੀਆਂ ਕਿ ਵਧਾ ਕੇ ਹੁਣ 338 ਕਰ ਦਿੱਤੀਆਂ ਗਈਆਂ ਨੇ। ਜੇਕਰ ਵੇਖਿਆ ਜਾਵੇ ਵੀ ਕਿਹੜੀ ਕਿਹੜੀ ਪ੍ਰੋਵਿੰਸ ਨੂੰ ਸੀਟਾਂ ਮਿਲੀਆਂ ਨੇ ਵਧੀਆਂ ਨੇ, ਤੇ 15 ਐਡੀਸ਼ਨਲ ਸੀਟਾਂ ਮਿਲੀਆਂ ਜੀ ਅੰਟਾਰੀਓ ਨੂੰ, 6 ਮਿਲੀਆਂ ਅਲਬਰਟਾ ਨੂੰ, ਤੇ 6 ਮਿਲੀਆਂ ਜੀ BC ਨੂੰ, ਤੇ 3 ਮਿਲੀਆਂ ਕਿਊਬੈਕ ਨੂੰ। ਸੋ ਇਹ ਜਿਹੜੀ ਰਿਵੀਜ਼ਨ ਕੀਤੀ ਜਾਂਦੀ ਹੈ ਟਾਈਮ ਟੂ ਟਾਈਮ, ਤੁਹਾਨੂੰ ਕੀ ਲੱਗਦਾ ਵੀ ਇਹਦਾ ਕੋਈ ਪੋਜ਼ਿਟਿਵ ਇੰਪੈਕਟ ਹੋ ਸਕਦਾ ਵਾ, ਜਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੀਟਾਂ ਵੱਧ ਸਕਦੀਆਂ ਨੇ ਹਾਊਸ ਆਫ ਕਾਮਨ ਦੀਆਂ? ਦੇਖੋ, ਬਿਨਾਂ ਸ਼ੱਕ ਸੀਟਾਂ ਤਾਂ ਵਧਣਗੀਆਂ ਜੀ, ਕਿਉਂਕਿ ਦੋ ਅਸੀਂ ਮੁੱਖ ਤੌਰ ਤੇ ਜਾਣਦੇ ਹਾਂ ਕਿ ਕੈਨੇਡਾ ਬਹੁਤ ਵੱਡਾ ਮੁਲਕ ਹੈ ਜੀ। ਹਾਂਜੀ, ਬਹੁਤ ਵੱਡਾ ਏਰੀਆ, ਲੱਖਾਂ ਦੀ ਤਾਦਾਦ ਦੇ ਵਿੱਚ ਇੱਕ ਤੇ ਨਵੇਂ ਇਮੀਗ੍ਰੈਂਟ ਆਉਂਦੇ ਨੇ ਜੀ, ਠੀਕ ਹੈ ਜੀ। ਉਹਦੇ ਨਾਲ ਜਿਹੜੀ ਕਿਉਂਕਿ ਨਾਰਮਲ ਪਾਪੂਲੇਸ਼ਨ ਦੇ ਵਿੱਚ ਕੈਨੇਡਾ ਦੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਵਾਧਾ ਨਹੀਂ ਹੋ ਰਿਹਾ, ਕਿਉਂਕਿ ਫੈਮਿਲੀ ਸਾਈਜ਼ ਜਿਹੜੇ ਨੇ ਉਹ ਬੜੇ ਲਿਮਟਿਡ ਜਾਏ ਨੇ। ਲੇਕਿਨ ਇਮੀਗ੍ਰੇਸ਼ਨ ਦੇ ਤੌਰ ਤੇ ਇੱਕ ਤਾਂ ਇਮੀਗ੍ਰੇਸ਼ਨ ਹੈ, ਦੂਜਾ ਫਿਰ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਸੀਟਾਂ ਵਧਣੀਆਂ ਨੇ। ਕੁਝ ਇਲਾਕੇ ਇਸ ਤਰ੍ਹਾਂ ਦੇ ਵੀ ਨੇ ਜਿੱਥੇ ਪਾਪੂਲੇਸ਼ਨ ਘਟਦੀ ਹੈ, ਕਿਉਂਕਿ ਜਿੱਥੇ ਮੂਵਮੈਂਟ ਹੁੰਦੀ ਹੈ ਜੀ। ਮੁੱਖ ਤੌਰ ਤੇ ਕਾਰਨ ਇਹੀ ਹੁੰਦਾ ਕਿ ਇਕਨੋਮਿਕ ਰੀਜ਼ਨਸ ਹੁੰਦੇ ਨੇ, ਜਿਹਦੇ ਕਰਕੇ ਲੋਕ ਇੱਕ ਤੋਂ ਦੂਜੀ ਜਗ੍ਹਾ ਮੂਵ ਹੁੰਦੇ ਨੇ। ਸੋ ਇਸ ਕਰਕੇ ਇਹ ਐਕਚੁਅਲੀ ਹੈ ਬਹੁਤ ਚੰਗੀ ਗੱਲ, ਕਿਉਂਕਿ ਟਾਈਮ ਟੂ ਟਾਈਮ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਕਿਸ ਇਲਾਕੇ ਦੇ ਵਿੱਚ ਲੋਕਾਂ ਦੀ ਕਿੰਨੀ ਗਿਣਤੀ ਹੈ, ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਮਿਲ ਸਕੇ। ਸੋ ਹਰ 10 ਸਾਲ ਦੇ ਬਾਅਦ ਕੈਨੇਡਾ ਦੇ ਵਿੱਚ ਇਹ ਗਿਣਤੀ ਹੁੰਦੀ ਹੈ, ਅਗਰ ਲੋੜ ਹੋਵੇ ਤੇ ਨਵੀਂ ਰਾਈਡਿੰਗ ਐਡ ਕੀਤੀ ਜਾਂਦੀ ਹੈ। ਰਾਈਡਿੰਗ ਦੇ ਕਈ ਵਾਰੀ ਨਾਮ ਵੀ ਚੇਂਜ ਕਰ ਦਿੱਤੇ ਹਾਂਜੀ, ਨਾਮ ਵੀ ਚੇਂਜ ਕੀਤਾ ਜਾਂਦਾ, ਕਿਉਂਕਿ ਜਿਹੜੀ ਐਗਜ਼ਿਸਟਿੰਗ ਰਾਈਡਿੰਗ ਹੁੰਦੀ ਹੈ, ਅਗਰ
ਉਸ ਦਾ ਕੁਝ ਹਿੱਸਾ ਲੈ ਕੇ ਦੂਜੀ ਰਾਈਡਿੰਗ 'ਚ ਪਾਉਣਾ ਤੇ ਫਿਰ ਦੋਨਾਂ ਦੇ ਨਾਮ ਚੇਂਜ ਕੀਤੇ ਬਿਲਕੁਲ, ਜਾਂਦੇ ਨੇ। ਬਿਲਕੁਲ। ਤੇ ਉਹਦੇ ਵਿੱਚ ਕਈ ਵਾਰੀ ਫਿਰ ਇਹ ਵੀ ਹੁੰਦਾ ਕਿ ਜਿਹੜੇ ਸਿਟਿੰਗ MP ਕਈ ਵਾਰੀ ਹੁੰਦੇ ਨੇ ਉਹਨਾਂ ਨੂੰ ਕਈ ਵਾਰੀ ਜਿਹੜਾ ਮੁਸ਼ਕਿਲ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਦੁਬਾਰਾ ਨੋਮੀਨੇਸ਼ਨ ਫੇਸ ਕਰਨੀ ਜਿਹੜੀ ਪੈਂਦੀ ਹੈ, ਕਿਉਂਕਿ ਅਕਸਰ ਜਿਹੜੀਆਂ ਪਾਰਟੀਆਂ ਅਗਰ ਜਿਹੜਾ ਕੋਈ ਵਿਨਿੰਗ ਕੈਂਡੀਡੇਟ ਆ ਉਹਨੂੰ ਟਿਕਟ ਆਰਾਮ ਨਾਲ ਦੇ ਦਿੰਦੀਆਂ ਨੇ, ਨੋਮੀਨੇਟ ਕੀਤਾ ਜਾਂਦਾ, ਲੇਕਿਨ ਅਗਰ ਰਾਈਡਿੰਗ ਚੇਂਜ ਹੋ ਜਾਏ ਤਾਂ ਫਿਰ ਕਈ ਵਾਰੀ ਕੁਝ ਲੋਕਾਂ ਦਾ ਦਾਅ ਵੀ ਲੱਗ ਜਾਂਦਾ ਜੀ। ਸੋ ਲੇਕਿਨ ਕੁੱਲ ਮਿਲਾ ਕੇ ਇਹ ਜ਼ਰੂਰੀ ਹੈ ਜੀ। ਤੇ ਜਿਵੇਂ ਆਪਾਂ ਜ਼ਿਕਰ ਕੀਤਾ ਵੀ 338 ਸੀਟਾਂ ਨੇ ਜੀ ਇਸ ਵੇਲੇ, ਹਾਂਜੀ, ਤੇ ਉਹਨਾਂ ਦਾ ਥੋੜਾ ਜਿਹਾ ਵੇਰਵਾ ਦੇ ਦਿੰਦੇ ਆ, ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਜ਼ਰੂਰ ਜੀ। ਤੇ BC ਬ੍ਰਿਟਿਸ਼ ਕੋਲੰਬੀਆ ਜਿਹੜਾ ਵਾ ਜੀ ਖੂਬਸੂਰਤ ਆਪਣਾ ਸੂਬਾ, 42 ਸੀਟਾਂ ਨੇ, ਬਿਲਕੁਲ। ਤੇ ਅਲਬਰਟਾ ਜਿਹੜਾ ਆਪਣਾ ਸੂਬਾ ਵਾ ਨਿੱਜੀ, 34 ਸੀਟਾਂ ਇਹਨਾਂ ਕੋਲ ਨੇ, ਬਿਲਕੁਲ। ਸਸਕੈਚੁਅਨ ਦੇ ਕੋਲ 14 ਨੇ, ਮੈਨੀਟੋਬਾ 14 ਸੀਟਾਂ, ਤੇ ਅੰਟਾਰੀਓ ਸਭ ਤੋਂ ਵੱਧ ਸੀਟਾਂ ਜੀ, 121। ਕੀ ਬਾਤ ਹੈ ਜੀ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇੰਡੀਆ ਦਾ ਉੱਤਰ ਪ੍ਰਦੇਸ਼ ਕਹਿ ਸਕਦੇ, ਇੰਡੀਆ ਦਾ ਉੱਤਰ ਪ੍ਰਦੇਸ਼, ਕਿਉਂਕਿ ਜਿਵੇਂ ਉੱਤਰ ਪ੍ਰਦੇਸ਼ ਇੰਡੀਆ ਦੇ ਵਿੱਚ ਨਿਰਧਾਰਿਤ ਕਰਦਾ ਵੀ ਕਿਹੜੀ ਪਾਰਟੀ ਜਿਹੜੀ ਸੱਤਾ ਚਾਹੇਗੀ, ਉਸੇ ਤਰ੍ਹਾਂ ਅੰਟਾਰੀਓ ਵੀ ਬਹੁਤ ਵੱਡੀ ਪੱਧਰ ਤੇ ਨਿਰਧਾਰਿਤ ਕਰ ਸਕਦਾ। ਵੈਸੇ ਪਤਾ ਨਹੀਂ ਇਹ ਲੌਜਿਕ ਸਹੀ ਹੈ ਕਿ ਨਹੀਂ, ਲੇਕਿਨ ਕੁਝ ਲੋਕੀ ਕਹਿੰਦੇ ਨੇ ਕਿ ਟੋਰਾਂਟੋ ਦਾ 에ਅਰਪੋਰਟ ਜਿਹੜਾ ਉਹ ਬਹੁਤ ਵੱਡਾ ਹੈ ਤੇ ਫਲਾਈਟਾਂ ਇੰਟਰਨੈਸ਼ਨਲ ਉੱਥੇ ਬਹੁਤੀਆਂ ਆਉਂਦੀਆਂ ਨੇ, ਤੇ ਲੋਕਾਂ ਨੂੰ ਕੈਨੇਡਾ ਆਉਣ ਦੀ ਕਾਹਲੀ ਇੰਨੀ ਹੁੰਦੀ ਹੈ, ਉੱਥੋਂ ਉਤਰ ਕੇ ਉੱਥੇ ਸੈਟਲ ਹੋ ਜਾਂਦੇ ਨੇ। ਸਹੀ ਗੱਲ ਹੈ ਜੀ। ਅੱਗੇ ਜਾਣ ਦੀ ਕੋਸ਼ਿਸ਼ ਬਹੁਤੇ ਲੋਕੀ ਨਹੀਂ ਕਰਦੇ। ਬਿਲਕੁਲ। ਸੋ ਇਹ ਗੱਲ ਠੀਕ ਹੈ ਕਿ ਜਹਾਜ਼ ਜਿਹੜੇ ਕੈਨੇਡਾ 'ਚ ਭਰੇ ਆਉਂਦੇ ਨੇ, ਮੈਜੋਰਟੀ ਓਨਟਾਰੀਓ ਦੇ ਵਿੱਚ ਜਾਂ ਖਾਸ ਕਰਕੇ ਟੋਰਾਂਟੋ ਜਾਂ ਜਿਹਨੂੰ GTA ਕਿਹਾ ਜਾਂਦਾ ਹੈ, ਉਸ ਏਰੀਆ ਦੇ ਵਿੱਚ ਸੈਟਲ ਹੁੰਦੇ ਨੇ। ਬਿਲਕੁਲ। ਇਸ ਤੋਂ ਬਾਅਦ ਜੀ ਕਿਊਬਿਕ ਦੀ ਗੱਲ ਆਉਂਦੀ ਹੈ, ਇਹ ਵੀ ਕਾਫੀ ਨਿਰਧਾਰਿਤ ਸਥਿਤੀ ਵਿੱਚ 78 ਸੀਟਾਂ ਨੇ ਇਹਨਾਂ ਕੋਲ। ਨਿਊ ਬ੍ਰਾਂਜ਼ਵਿਕ ਦੇ ਕੋਲ 10 ਨੇ, ਨੋਵਾ ਸਕੋਸ਼ੀਆ ਕੋਲ 11, ਬਿਲਕੁਲ। ਪ੍ਰਿੰਸ ਐਡਵਰਡ ਆਈਲੈਂਡ 4, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਕੋਲ 7 ਨੇ, ਤੇ ਬਾਕੀ ਅਗਰ ਗੱਲ ਕਰੀਏ ਯੂਨੀਅਨ ਟੈਰੀਟਰੀਜ਼ ਤਿੰਨਾਂ ਦੇ ਕੋਲ 1-1 ਨੇ, ਯੂਕੌਨ, ਨਾਰਥ ਵੈਸਟ ਟੈਰੀਟਰੀਜ਼ ਐਂਡ ਨੁਨਅਵੁਟ, ਇਹਨਾਂ ਸਾਰੇ ਕੋਲ 1-1 ਸੀਟ ਹੈ। ਸੋ ਇਸ ਤਰੀਕੇ ਨਾਲ ਬਣਦੀਆਂ ਨੇ ਜੀ 338 ਸੀਟਾਂ। ਸੋ ਇਹ 338 ਸੀਟਾਂ ਦਾ ਜਿਹੜਾ ਭਵਿੱਖ ਆ 20 ਸਤੰਬਰ ਨੂੰ ਬੈਲਟ ਬਾਕਸਸ ਦੇ ਵਿੱਚ ਇਹ ਇਕੱਠਾ ਹੋ ਜਾਣਾ ਜੀ। ਬਿਲਕੁਲ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕੰਪੇਨ ਦੀ, ਚੋਣ ਪ੍ਰਚਾਰ। ਬਿਲਕੁਲ ਜੀ। ਇਹ ਤਾਂ ਆਪਾਂ ਗੱਲ ਕਰ ਲਈ ਵੀ 36 ਤੋਂ 50 ਦਿਨ ਮਿਲਦੇ ਨੇ। ਬਿਲਕੁਲ ਜੀ। ਥੋੜਾ ਜਿਹਾ ਇਹ ਵੀ ਦੱਸਿਓ ਕਿ ਫਰਕ ਕੀ ਲੱਗਦਾ ਇੰਡੀਆ ਦੇ ਕੰਪੇਨ ਪ੍ਰੋਸੈਸ ਦੇ ਵਿੱਚ ਤੇ ਇੱਥੋਂ ਦੀ ਕੰਪੇਨਿੰਗ ਦੇ ਵਿੱਚ? ਦੇਖੋ, ਪਹਿਲਾਂ ਤਾਂ ਆਪਾਂ ਇੱਥੇ ਦੀ ਗੱਲ ਕਰੀਏ, ਕਿਉਂਕਿ ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਜੀ, ਇਸ ਵਕਤ ਜਿਹੜੀ ਹੈ ਫਰੈਂਚ ਦੇ ਵਿੱਚ ਜਿਹੜੀ ਡਿਬੇਟ ਹੋਣੀ ਹੈ ਕੈਂਡੀਡੇਟਸ ਦੀ, ਉਹ ਚੱਲ ਰਹੀ ਹੈ ਜੀ। ਜਦ ਕਿ ਇਹ ਠੀਕ ਹੈ ਕਿ ਡਿਬੇਟ ਦੇ ਵਿੱਚ ਕੈਂਡੀਡੇਟਸ ਦੀ ਜਿਹੜੀ ਗੱਲਬਾਤ ਆ ਉਹਨਾਂ ਨੇ ਫਰੈਂਚ ਬੋਲਣੀ ਹੈ, ਲੇਕਿਨ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਵੀ ਉਹਦਾ ਜਿਹੜਾ ਉਹ ਪ੍ਰੋਡਿਊਸ ਕੀਤਾ ਜਾਂਦਾ। ਸੋ ਲੇਕਿਨ ਕੈਂਡੀਡੇਟਸ ਦਾ ਫਰੈਂਚ ਬੋਲਣਾ ਜ਼ਰੂਰੀ ਹੈ ਇਸ ਡਿਬੇਟ ਦੇ ਵਿੱਚ। ਕੱਲ੍ਹ ਨੂੰ ਡਿਬੇਟ ਹੋਣੀ ਹੈ ਉਹ ਇੰਗਲਿਸ਼ ਦੇ ਵਿੱਚ ਡਿਬੇਟ ਹੋਣੀ। ਠੀਕ ਹੈ ਜੀ। ਔਰ ਇੱਕ ਮੁੱਖ ਕਾਰਨ ਇਹ ਹੈ, ਇੱਕ ਜਿਹੜਾ ਡਿਫਰੈਂਸ ਦੀ ਤੁਸੀਂ ਗੱਲ ਕੀਤੀ ਇੰਡੀਆ ਦੀ, ਕਿ ਇਸ ਤਰ੍ਹਾਂ ਦੀ ਕੋਈ ਗੱਲ ਵੀ ਇੰਡੀਆ ਦੀ ਇਲੈਕਸ਼ਨ ਦੇ ਵਿੱਚ ਕਿਸੇ ਲੀਡਰ ਦੀ ਕੋਈ ਡਿਬੇਟ ਜਾਂ ਆਪਸੀ ਡਿਬੇਟ, ਕਿਉਂਕਿ ਅਗਰ ਅਸੀਂ ਹੁਣ ਦੀ ਮੈਂ ਨਿੱਜੀ ਤੌਰ 'ਤੇ ਸਿਰਫ ਉਦਾਹਰਨ ਦੇ ਤੌਰ 'ਤੇ ਮੈਂ ਗੱਲ ਕਰਨੀ ਚਾਹੁੰਦਾ ਕਿ ਅਗਰ ਗੱਲ ਇਹ ਕੀਤੀ ਜਾਂਦੀ ਹੈ ਕਿ ਮੋਦੀ ਹੋਏਗਾ ਜਾਂ ਰਾਹੁਲ ਗਾਂਧੀ ਹੋਏਗਾ ਜਾਂ ਕੋਈ ਤੀਜਾ ਜਾਂ ਮਮਤਾ ਬੈਨਰਜੀ ਹੋਏਗੀ, ਤੇ ਮੇਰਾ ਖਿਆਲ ਹੈ ਜਿਹੜੇ ਇਸ ਤਰ੍ਹਾਂ ਦੇ 5-4 ਬੰਦੇ ਨੇ ਉਹਨਾਂ ਦੀ ਇੱਕ ਡਿਬੇਟ ਨੈਸ਼ਨਲ TV ਤੇ 2-4 ਵਾਰ ਇਲੈਕਸ਼ਨ ਤੋਂ ਪਹਿਲਾਂ ਹੋਣੀ ਚਾਹੀਦੀ, ਕਰਵਾ ਲੈਣੀ ਚਾਹੀਦੀ। ਈਵਨ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਹੋਣੀ ਚਾਹੀਦੀ। ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੌਣ, ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕੌਣ ਕਿੰਨੇ ਕੁ ਪਾਣੀ 'ਚ, ਜੇ ਕਿਸੇ ਨੇ ਕਿੰਨਾ ਕੁ ਝੂਠ ਬੋਲਣਾ, ਕਿਸੇ ਨੇ ਕਿੰਨੀ ਗੱਪ ਮਾਰਨੀ ਹੈ, ਔਰ ਜੋ ਤੁਸੀਂ ਇੱਕ ਦੂਜੇ ਸਾਹਮਣੇ ਕੌਨਫਰੰਟ ਕਰਦੇ ਹੋ, ਨਤੀਜਾ ਕੀ ਨਿਕਲਦਾ। ਦੂਜੀ ਫਿਰ ਗੱਲ ਇਹ ਹੈ ਕਿ ਇੰਡੀਆ ਦੇ ਵਿੱਚ ਮਨੀ ਮਸਲ ਜਿਹੜਾ ਉਹ ਬਹੁਤ ਵੱਡੀ ਪੱਧਰ ਤੇ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜਾ ਕਿ ਕੈਨੇਡਾ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਜ਼ੀਰੋ, ਕਿ ਕੋਈ ਜ਼ੀਰੋ ਨਾਲ ਦੀ ਦੁਨੀਆ 'ਚ ਕੋਈ ਚੀਜ਼ ਨਹੀਂ, ਉਹ ਇੱਕ ਇੰਪ੍ਰੈਕਟੀਕਲ ਜੀ ਗੱਲ ਹੋ ਜਾਂਦੀ ਹੈ। ਲੇਕਿਨ ਇੰਡੀਆ ਦੇ ਮੁਕਾਬਲੇ ਆਟੇ 'ਚ ਲੂਣ ਵਾਲੀ ਗੱਲ ਹੈ, ਕਿਉਂਕਿ ਨਿਰਧਾਰਿਤ ਐਕਸਪੈਂਸ ਜਿਹੜੇ ਨੇ ਹਰ ਇੱਕ ਰਾਈਡਿੰਗ ਦੇ ਨੇ, ਵੱਖੋ ਵੱਖਰੀ ਰਾਸ਼ੀ ਹੈ, ਤਕਰੀਬਨ $95,000 ਤੋਂ ਲੈ ਕੇ $1.5 ਲੱਖ ਤੱਕ ਹਰੇਕ ਰਾਈਡਿੰਗ ਦੇ ਵਿੱਚ ਅਲਾਓ ਕੀਤਾ ਜਾਂਦਾ ਹੈ, ਔਰ ਉਸ ਨੂੰ ਫਿਰ ਬਹੁਤ ਮਨਿਊਟਲੀ ਉਹਦੀ ਸਕਰੂਟਨੀ ਕੀਤੀ ਜਾਂਦੀ ਹੈ ਜੀ। ਹਾਂਜੀ, ਤਾਂ ਇੰਡੀਆ ਦੇ ਵਿੱਚ ਸਾਨੂੰ ਪਤਾ ਹੈ ਕਿ ਕਈ ਵਾਰ ਕੋਈ ਕੇਸ ਕਰ ਵੀ ਦੇਵੇ ਤੇ ਉਹ ਫਿਰ ਸਾਲਾਂ ਬੱਧੀ ਚੱਲਦਾ ਰਹਿੰਦਾ, ਪਤਾ ਕੋਈ ਲੱਗਦਾ ਨਹੀਂ। ਲੇਕਿਨ ਇਹ ਦੂਜੀ ਗੱਲ ਇਹ ਹੈ ਕਿ ਜਿਹੜਾ ਮੋਡਸ ਓਪਰੈਂਡੀ ਹੈ, ਜਿਹੜਾ ਇਲੈਕਸ਼ਨ ਕੰਪੇਨ ਹੈ, ਇੱਥੇ ਡੋਰ ਨੌਕਿੰਗ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈ। ਕੈਂਡੀਡੇਟ ਇਹਨਾਂ 38 ਦਿਨਾਂ ਦੇ ਵਿੱਚ ਕਈ ਵਾਰ 100 ਕਿਲੋਮੀਟਰਾਂ ਦੇ ਹਿਸਾਬ ਨਾਲ ਉਹਨਾਂ ਨੂੰ ਪੈਂਡਾ ਕਰਨਾ ਪੈਂਦਾ ਹੈ, ਜਿੱਥੇ ਖਾਸ ਕਰਕੇ ਹੋ ਸਕਦਾ ਅਲਬਰਟਾ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਨਾ ਸਮੱਸਿਆ ਹੋਵੇ, ਕਿਉਂਕਿ ਇੱਕ ਕੋਰ ਕੰਜ਼ਰਵੇਟਿਵ ਪ੍ਰੋਵਿੰਸ ਹੈ, ਇੱਥੇ ਮੋਸਟਲੀ ਉਹ ਜਿੱਤਦੇ ਨੇ। ਲੇਕਿਨ ਜਿੱਥੇ ਰੇਸ ਟਾਈਟ ਹੁੰਦੀ ਹੈ, ਅਗਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਓਨਟਾਰੀਓ ਦੀ ਗੱਲ ਕਰੀਏ, ਔਰ ਖਾਸ ਕਰਕੇ ਮੈਂ ਇਹ ਕਹਾਂਗਾ ਕਿ ਜਿੱਥੇ ਆਪਣੇ ਲੋਕਾਂ ਦੀ ਡੋਮੀਨੈਂਸ ਹੈ, ਜਿੱਥੇ ਪੰਜਾਬੀ ਦੀ ਡੋਮੀਨੈਂਸ ਹੈ, ਉੱਥੇ ਬੜੇ ਜ਼ੋਰ ਦੇ ਨਾਲ ਕੰਪੇਨਿੰਗ ਹੁੰਦੀ ਹੈ। ਬਿਲਕੁਲ। ਔਰ ਇਹ ਇੱਕ ਹੋ ਸਕਦਾ ਕਿ ਹੋਰ ਤਰੀਕੇ ਵੀ ਵਰਤੇ ਜਾਂਦੇ ਹੋਣ, ਲੇਕਿਨ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਸਿਸਟਮ ਕਾਫੀ ਚੰਗਾ ਹੈ ਜੀ।
ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਜੀ, ਮੈਂ ਥੋੜਾ ਜਿਹਾ ਆਪਣਾ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੂੰਗਾ। ਹਾਂਜੀ। ਮੈਨੂੰ ਵੀ ਮੌਕਾ ਮਿਲਿਆ, ਮੈਂ ਨਾਮ ਨਹੀਂ ਲੂੰਗਾ ਵੀ ਕਿਹੜੀ ਪਾਰਟੀ ਹੈ ਕੈਂਡੀਡੇਟ ਨਾਲ, ਮੈਂ ਨਵਾਂ ਸੀ ਕੈਨੇਡਾ 'ਚ, ਡੋਰ ਨੌਕਿੰਗ ਕਰਨ ਗਿਆ ਮੈਂ ਵੀ। ਠੀਕ ਹੈ ਜੀ। ਇੱਕ ਵਿਲੱਖਣ ਤੇ ਬੜੀ ਵਧੀਆ ਚੀਜ਼ ਮੈਨੂੰ ਇਹ ਲੱਗੀ, ਜਦੋਂ ਅਸੀਂ ਡੋਰ ਨੌਕਿੰਗ ਕਰਨ ਜਾਂਦੇ ਆ ਨਾ ਕਿਸੇ ਵਾਸਤੇ, ਤੇ ਜੇ ਤੇ ਉਹ ਬੰਦਾ ਘਰ ਵਾਲਾ ਤੁਹਾਨੂੰ ਲਾਈਕ ਕਰਦਾ, ਤੁਹਾਡੀ ਪਾਰਟੀ ਨੂੰ ਲਾਈਕ ਕਰਦਾ, ਹਾਂਜੀ, ਉਹ ਤੁਹਾਡੇ ਨਾਲ ਖੁਸ਼ ਹੋ ਕੇ ਗੱਲ ਵੀ ਕਰੂਗਾ, ਤੁਹਾਡੇ ਨਾਲ ਹਮਾਇਤ ਵੀ ਦਊਗਾ, ਤੇ ਪੁੱਛੂਗਾ ਵੀ ਹਾਂ ਵੀ ਕੀ ਕਰਨਾ ਤੁਸੀਂ ਜੇ ਸੱਤਾ 'ਚ ਆ ਗਏ। ਬਿਲਕੁਲ ਜੀ। ਪਰ ਜੇਕਰ ਉਹ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਦੂਜੀ ਪਾਰਟੀ ਦਾ, ਉਹਨੇ ਕਲੀਅਰ ਕਹਿਣਾ ਵੀ ਸਾਡੇ ਤੁਹਾਡਾ ਲੌਨ ਸਾਈਜ਼ ਨਹੀਂ ਲੱਗਣਾ ਚਾਹੀਦਾ, ਬਿਲਕੁਲ ਜੀ, ਵੀ ਡੋਂਟ ਲਾਈਕ ਯੂ। ਹਾਂਜੀ ਹਾਂਜੀ, ਤੇ ਅੱਗੇ ਤੋਂ ਸਾਡੇ ਘਰ ਨਹੀਂ ਹੋਣਾ। ਬਿਲਕੁਲ ਬਿਲਕੁਲ। ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਕੈਂਡੀਡੇਟ ਨੇ ਨਾ, ਇਹਨਾਂ ਨੂੰ ਵੋਟਰਸ ਦੇ ਨਾਲ ਸਿੱਧਿਆਂ ਰੂਬਰੂ ਹੋਣ ਦਾ ਇੱਕ ਮੌਕਾ ਵੀ ਮਿਲਦਾ ਵਾ, ਔਰ ਉਹਨਾਂ ਨੂੰ ਪਤਾ ਵੀ ਲੱਗਦਾ ਵੀ ਅਗਰ ਤੁਸੀਂ ਕੁਝ ਕਰੋਗੇ ਤਾਂ ਲੋਕ ਤੁਹਾਡੇ ਨਾਲ ਖੁਸ਼ ਹੋਣਗੇ, ਜੇ ਨਹੀਂ ਕਰੋਗੇ ਤੇ ਉਹਨਾਂ ਦੁਤਕਾਰ ਵੀ ਦੇਣਾ। ਜਦੋਂ ਤੁਸੀਂ ਹਰ ਇੱਕ ਵਿਅਕਤੀ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਜਾਂਦੇ ਹੋ ਤੇ ਐਟਲੀਸਟ ਤੁਸੀਂ ਉਸ ਵਿਅਕਤੀ ਨੂੰ ਮੌਕਾ ਦਿੰਦੇ ਕਿ ਉਹ ਜੋ ਤੁਹਾਨੂੰ ਕਹਿਣਾ ਚਾਹੇ, ਜਿਵੇਂ ਤੁਸੀਂ ਕਿਹਾ ਅਗਰ ਨਾ ਕਰਨੀ ਨਾ ਵੀ ਕਰ ਸਕਦੇ, ਮੂੰਹ ਤੇ ਕਰਦੇ, ਅਗਰ ਕੁਝ ਵੀ ਨਹੀਂ, ਅਗਰ ਉਹਨੇ ਡਿਸੀਜਨ ਨਹੀਂ ਵੀ ਲਿਆ, ਉਹਦੇ ਕੋਈ ਕੁਐਸਚਨ ਨਹੀਂ ਤਾਂ ਤੁਹਾਨੂੰ ਸਵਾਲ ਵੀ ਪੁੱਛ ਸਕਦਾ ਹੈ। ਸੋ ਇਹ ਹੈ ਕਿ ਬਿਨਾਂ ਸ਼ੱਕ ਇੱਕ ਬਹੁਤ ਜਿਹੜਾ ਵਧੀਆ ਤਰੀਕਾ ਹੈ ਜੀ। ਸੋ ਅਦਰਵਾਈਜ਼ ਵੀ ਜਿਹੜਾ ਚੋਣ ਪ੍ਰਚਾਰ ਹੈ ਇੱਥੇ ਬੜਾ ਡਿਫਰੈਂਟ ਆ। ਹਾਂਜੀ। ਜਿੱਦਾਂ ਇੰਡੀਆ ਦੇ ਵਿੱਚ ਲਾਊਡ ਸਪੀਕਰ ਲਾ ਕੇ ਟਰੱਕਾਂ ਦੇ ਟੈਂਪੂਆਂ ਤੇ ਭਜਾਈ ਜਾਂਦੇ ਨੇ, ਤੇ ਪੋਸਟਰ ਗਲੀ ਗਲੀ ਮੁਹੱਲੇ ਦੇ ਵਿੱਚ ਲਾਏ ਹੋਏ ਨੇ, ਉੱਦਾਂ ਨਹੀਂ ਹੁੰਦਾ ਇੱਥੇ। ਲੌਨ ਸਾਈਨ ਅਗਰ ਤੁਸੀਂ ਉਸ ਪਾਰਟੀ ਦੇ ਹਮਾਇਤੀ ਜੇ ਤੁਹਾਡੇ ਘਰ ਦੇ ਬਾਹਰ ਲਾ ਦਿੰਦੇ ਨੇ, ਉਹ ਵੀ ਪੁੱਛ ਕੇ ਲਾਉਂਦੇ ਨੇ, ਉਹ ਵੀ ਪੁੱਛ ਕੇ ਲਾਉਂਦੇ, ਤੁਹਾਡੀ ਕੰਸੈਂਟ ਲੈਂਦੇ ਨੇ। ਬਿਲਕੁਲ ਜੀ। ਤੇ ਵੈਸੇ ਵੀ ਖਰਚਾ ਵੀ ਹਿਸਾਬ ਨਾਲ ਕੀਤਾ ਜਾਂਦਾ। ਬਿਲਕੁਲ ਜੀ, ਬਿਲਕੁਲ। ਤੇ ਅਗਲਾ ਆਪਾਂ ਹੁਣ ਦੇਖੋ ਜੀ, ਕੰਪੇਨ ਵੀ ਹੋ ਗਿਆ, ਹੁਣ ਵੋਟਾਂ ਪੈਣੀਆਂ ਨੇ। ਬਿਲਕੁਲ। ਸੋ ਇਹ ਥੋੜਾ ਦੱਸਿਓ ਕਿ ਜਿਹੜੀ ਵੋਟਿੰਗ ਆ ਉਹ ਕਿਵੇਂ ਦੀ ਹੈ, ਕਿਹੜੇ ਕਿਹੜੇ ਤਰੀਕੇ ਨਾਲ ਵੋਟ ਕੀਤੀ ਜਾ ਸਕਦੀ ਹੈ? ਦੇਖੋ ਜੀ, ਵੋਟ ਕਰਨ ਦੀ ਸਹੂਲੀਅਤ ਇੱਥੇ ਬਹੁਤ ਜ਼ਿਆਦਾ ਜੀ। ਤੁਸੀਂ ਖਾਸ ਕਰਕੇ ਕੋਵਿਡ ਦੇ ਵਿੱਚ ਹੋਰ ਵੀ ਉਹਨਾਂ ਨੇ ਥੋੜਾ ਈਜ਼ੀ ਕੀਤਾ ਇਹਨੂੰ। ਜਿਹੜੇ ਈਵਨ ਇੱਥੇ ਤੱਕ ਵੀ ਕਿ ਜਿਹੜੇ ਫੋਰਨ ਦੇ ਵਿੱਚ ਬੈਠੇ ਨੇ, ਕਿਸੇ ਦੂਸਰੇ ਮੁਲਕ ਦੇ ਵਿੱਚ ਕੈਨੇਡੀਅਨ ਬੈਠੇ ਨੇ, ਜਿਹੜੇ ਤਾਂ ਕਿਸੇ ਸਰਕਾਰੀ ਤੌਰ ਤੇ ਜਿਹੜੇ ਸਿਕਿਉਰਿਟੀ ਫੋਰਸਿਸ ਦੇ ਆਪਣੇ ਨੁਮਾਇੰਦੇ ਨੇ, ਉਹ ਤਾਂ ਪਹਿਲਾਂ ਹੀ ਪਾਉਂਦੇ ਨੇ। ਲੇਕਿਨ ਜਿਹੜਾ ਆਮ ਕੈਨੇਡੀਅਨ ਨਾਗਰਿਕ ਹੈ, ਜਿਹੜਾ ਕੈਨੇਡੀਅਨ ਸਿਟੀਜ਼ਨ ਹੈ, ਅਗਰ ਉਹ ਕਿਸੇ ਕਾਰਨ ਕਰਕੇ ਬਾਹਰਲੇ ਮੁਲਕ 'ਚ ਬੈਠਾ ਤੇ ਉਹਦੇ ਕੋਲ ਵੀ ਪ੍ਰੋਵੀਜ਼ਨ ਹੈ ਕਿ ਉਹ ਵੋਟ ਪਾ ਸਕਦਾ ਹੈ। ਬਾਕੀ ਐਡਵਾਂਸ ਪੋਲਿੰਗ ਹੁੰਦੀ ਹੈ ਸਿਟੀ ਦੇ ਵਿੱਚ, ਕੁਝ ਕੇਂਦਰ ਹਰ ਸਿਟੀ ਦੇ ਵਿੱਚ ਡਿਪੈਂਡਿੰਗ ਅਪੋਨ ਰਾਈਡਿੰਗ, ਉੱਥੇ ਕੁਝ ਨਾ ਕੁਝ ਕੇਂਦਰ ਇੱਥੇ ਹੁੰਦੇ ਨੇ ਜਿੱਥੇ ਤੁਹਾਡੇ ਕੋਲ ਸਮਾਂ, ਤੁਸੀਂ ਵੀਕਐਂਡ 'ਤੇ ਜਾ ਸਕਦੇ ਹੋ, ਜਾਂ ਜਦੋਂ ਤੁਹਾਨੂੰ ਕਨਵੀਨੀਐਂਟ ਲੱਗਦਾ ਤੁਸੀਂ ਉਦੋਂ ਜਾ ਕੇ ਵੋਟ ਪਾ ਸਕਦੇ ਹੋ। ਤਾਂ ਬਹੁਤ ਸਾਰੇ ਮੈਥਡ ਨੇ। ਕਿਉਂਕਿ ਖੈਰ ਮੈਂ ਇਹ ਨਹੀਂ ਕਹਿ ਸਕਦਾ ਕਿ ਹਰ ਚੀਜ਼ ਨੂੰ ਅਸੀਂ ਇੰਡੀਆ ਦੇ ਨਾਲ ਕੰਪੇਅਰ ਕਰੀਏ। ਮੈਨੂੰ ਲੱਗਦਾ ਇੰਡੀਆ ਦੇ ਵਿੱਚ ਇਹ ਚੀਜ਼ਾਂ ਅਜੇ ਸੰਭਵ ਨਹੀਂ, ਕਿਉਂਕਿ ਸ਼ਾਇਦ ਗਿਣਤੀ ਜਾਂ ਪਾਪੂਲੇਸ਼ਨ ਜਾਂ ਅਜੇ ਬਹੁਤ ਅਜੇ ਹੋਰ ਬਹੁਤ ਹਮੇਸ਼ਾ ਗੱਲ ਚੱਲਦੀ ਰਹਿੰਦੀ ਹੈ, ਅਜੇ ਹੋਰ ਬਹੁਤ ਕੁਝ ਕਰਨ ਵਾਲਾ। ਇੱਕ ਜ਼ਰੂਰ ਮੈਂ ਗੱਲਬਾਤ ਕਰਨੀ ਚਾਹਾਂਗਾ ਕਿ ਕੈਨੇਡਾ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ, ਬੈਲਟ ਪੇਪਰ ਯੂਜ਼ ਕੀਤੇ ਜਾਂਦੇ। ਹਾਂਜੀ ਹਾਂਜੀ। ਇੰਡੀਆ ਵਿੱਚ ਵੋਟਿੰਗ ਮਸ਼ੀਨਸ ਹੁੰਦੀਆਂ ਨੇ। ਸੋ ਇਹਦੇ ਵਿੱਚ ਤੁਸੀਂ ਕੀ ਅੰਤਰ ਦੇਖਦੇ ਜੇ? ਤੇ ਕਿਉਂਕਿ ਜਿਹੜੇ ਬੈਲਟ ਪੇਪਰ ਨੇ, ਇਹ ਨੋ ਡਾਊਟ ਇਹਦੇ ਉੱਪਰ ਵਰਕ ਵੀ ਜ਼ਿਆਦਾ ਕਰਨਾ ਪੈਂਦਾ, ਲੇਬਰ ਵੀ ਜ਼ਿਆਦੀ ਆ, ਤੇ ਕਾਫੀ ਮੈਨ ਪਾਵਰ ਵੀ ਇਨਵੋਲਵ ਹੁੰਦੀ ਆ, ਕਿਉਂਕਿ ਪਰਸਨਲੀ ਤੁਸੀਂ ਵੋਟਾਂ ਨੂੰ ਗਿਣਨਾ, ਇਹ ਨਹੀਂ ਵੀ ਇਲੈਕਟ੍ਰੋਨਿਕ ਮਸ਼ੀਨ 'ਚ ਸੁੱਚ ਮਾਰਿਆ ਚੱਲ ਵੀ ਕਾਊਂਟ ਹੋ ਗਈ, ਉਧਰ ਫਰਦਰ ਉਹਨੂੰ ਆਪਾਂ ਕਮਾਂਡ ਦੇਤੀ। ਤੇ ਦੂਜੀ ਗੱਲ ਹੈ ਕਿ ਜਿਹੜਾ ਬੈਲਟ ਪੇਪਰ ਦਾ ਇੱਥੇ ਤੁਸੀਂ ਗੱਲ ਕੀਤੀ ਵੀ ਐਡਵਾਂਸ ਪੋਲਿੰਗ ਹੁੰਦੀ ਹੈ, ਮੈਨੂੰ ਲੱਗਦਾ ਉਹ ਵੀ ਇੱਕ ਕਾਫੀ ਬਿਹਤਰ ਫਾਰਮੂਲਾ ਵਾ। ਬਿਲਕੁਲ ਜੀ, ਬਹੁਤ ਦੇਖੋ ਕਨਵੀਨੀਅੰਸ ਹੈ ਹਰ ਇੱਕ ਵਿਅਕਤੀ, ਕਿਉਂਕਿ ਕੋਈ ਮਜਬੂਰੀ ਨਹੀਂ ਕਿ ਅੱਜ ਇਲੈਕਸ਼ਨ ਦੇਣਾ ਤਾਂ ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਵੋਟ ਪਾਉਣੀ ਹੈ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਦਿਨ ਕਿਸੇ ਵਜ੍ਹਾ ਕਰਕੇ ਮਸਰੂਫ ਹੋ ਜਾਂ ਕੋਈ ਹੋਰ ਗੱਲ ਹੈ, ਤਾਂ ਤੁਸੀਂ ਬੜੇ ਆਰਾਮ ਨਾਲ ਆਪਣਾ ਜਿਹੜਾ ਟਾਈਮ ਕੱਢ ਕੇ ਜਿੱਥੇ ਐਡਵਾਂਸ ਪੋਲਿੰਗ ਹੁੰਦੀ ਤੁਸੀਂ ਜਾ ਕੇ ਵੋਟ ਪਾਓ। ਬਿਲਕੁਲ ਜੀ, ਐਡਵਾਂਸ ਪੋਲ ਜਿਹੜੀ ਹੈ ਉਹ ਚਾਲੂ ਹੋ ਚੁੱਕੀ ਹੈ। ਹਾਂਜੀ, ਆਪਣੇ ਨੀਅਰਲੀ ਬਿਲਕੁਲ ਜੀ ਰਾਈਡਿੰਗ ਦੇ ਵਿੱਚ ਮਿਲਵੁੱਡ ਟਾਊਨ ਸੈਂਟਰ ਦੇ ਵਿੱਚ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ। ਅਗਰ ਤੁਸੀਂ ਵੋਟਾਂ ਵਾਲੇ ਦਿਨ 20 ਸਤੰਬਰ ਨੂੰ ਲਾਈਨਅਪ ਤੋਂ ਬਚਣਾ ਚਾਹੁੰਦੇ ਜੇ, ਬਿਲਕੁਲ ਜੀ ਅਰਲੀ ਜਾਓ, ਐਡਵਾਂਸ ਪੋਲਿੰਗ ਕਰੋ। ਜਿਸ ਦਿਨ ਵੋਟਾਂ ਪੈਣੀਆਂ ਨੇ ਉਸ ਦਿਨ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੱਕ ਤੁਸੀਂ ਵੋਟਾਂ ਪਾ ਸਕਦੇ ਜੀ। ਬਿਲਕੁਲ ਜੀ। ਔਰ ਵੋਟਿੰਗ ਜਦੋਂ ਹੋ ਜਾਂਦੀ ਆ ਭਾਜੀ, ਉਸ ਤੋਂ ਬਾਅਦ ਹੁੰਦੀ ਆ ਕਾਊਂਟਿੰਗ, ਕਿਉਂਕਿ ਕਾਊਂਟਿੰਗ ਹੋਵੇਗਾ ਫਿਰ ਪਤਾ ਲੱਗੇਗਾ ਵੀ ਇੱਕ ਰਾਈਡਿੰਗ ਦੇ ਵਿੱਚੋਂ ਜਿਹਨੂੰ ਸਭ ਤੋਂ ਵੱਧ ਵੋਟਾਂ ਮਿਲ ਗਈਆਂ ਉਹ ਜੇਤੂ ਹੋ ਜਾਏਗਾ ਜੀ। ਜੇ ਤਾਂ ਕਲੀਅਰ ਕੱਟ ਹੋ ਜਾਵੇ ਬਹੁਤ ਵਧੀਆ, ਬਿਲਕੁਲ। ਪਰ ਕਈ ਵਾਰੀ ਰਫੜ ਪੈ ਜਾਂਦਾ ਜੀ, ਕਈ ਵਾਰੀ ਅੰਤਰ ਬੜਾ ਥੋੜਾ ਹੁੰਦਾ, ਤੇ ਉਹਦੇ ਵਾਸਤੇ ਰੀਕਾਊਂਟਿੰਗ ਦੀ ਕੀ ਪ੍ਰੋਵੀਜ਼ਨ ਆ? ਦੇਖੋ ਜੀ, ਰੀਕਾਊਂਟਿੰਗ ਦੇ ਵਿੱਚ ਇੱਕ ਤਾਂ ਜਿਹੜਾ ਮਿਨੀਮਮ ਇਹਨਾਂ ਨੇ ਕੋਈ ਗੈਪ ਡਿਸਾਈਡ ਕੀਤਾ ਜੀ ਕਿ ਅਗਰ ਡਿਫਰੈਂਸ ਇਸ ਤੋਂ ਘੱਟ ਹੈ 40 ਵੋਟਾਂ ਦਾ ਡਿਫਰੈਂਸ ਹੈ, ਅਗਰ ਉਹ ਡਿਫਰੈਂਸ 40 ਵੋਟਾਂ ਦਾ, ਤਾਂ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਰੀਕਾਊਂਟਿੰਗ ਕਰਵਾਓ। ਬਿਲਕੁਲ ਆਟੋਮੈਟਿਕ ਰੀਕਾਊਂਟਿੰਗ ਦਾ ਜਿਹੜਾ ਲਾਅ ਹੈ ਉਹ ਟ੍ਰਿਗਰ ਹੋ ਜਾਂਦਾ ਤੇ ਉਸ ਦੀ ਰੀਕਾਊਂਟਿੰਗ ਹੋ ਜਾਂਦੀ ਹੈ ਜੀ। ਲੇਕਿਨ ਉਸ ਦੇ ਬਾਵਜੂਦ ਵੀ ਅਗਰ ਕੈਂਡੀਡੇਟ ਦੇ ਪਾਸ ਕੋਈ ਸੋਲਿਡ ਗਰਾਊਂਡ ਹੈ, 40 ਤੋਂ ਵੱਧ ਵੋਟਾਂ ਦਾ ਡਿਫਰੈਂਸ ਹੈ, ਉਹਨੂੰ ਲੱਗਦਾ ਕਿ ਨਹੀਂ
ਤੇ ਫਿਰ ਵੀ ਰੀਕਾਊਂਟਿੰਗ ਹੋ ਜਾਂਦੀ ਹੈ। ਲੇਕਿਨ ਰਿਜ਼ਲਟ ਜਿਹੜਾ ਪ੍ਰੋਵੀਜ਼ਨਲੀ ਇੱਕ ਵਾਰੀ ਫਿਰ ਡਿਕਲੇਅਰ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਰੀਕਾਊਂਟਿੰਗ ਦੀ ਪ੍ਰੋਸੈਸ ਚੱਲਦੀ ਰਹਿੰਦੀ ਜੀ। ਲੇਕਿਨ ਅਗਰ 40 ਤੋਂ ਘੱਟ ਵੋਟਾਂ ਦਾ ਡਿਫਰੈਂਸ ਹੈ ਤੇ ਫਿਰ ਆਟੋਮੈਟਿਕਲੀ ਰੀਕਾਊਂਟਿੰਗ ਹੁੰਦੀ ਹੈ। ਤੁਹਾਨੂੰ ਅਗਰ ਯਾਦ ਹੋਵੇ ਤੇ ਪਿਛਲੀ ਵਾਰੀ ਜਦੋਂ ਮਿਲਵੁੱਡਸ ਦੀਆਂ ਚੋਣਾਂ ਦੀ ਗੱਲ ਆ ਹਾਂਜੀ। ਤੇ ਟਿਮ ਉੱਪਲ ਸਾਹਿਬ ਬੜੀਆਂ ਥੋੜੀਆਂ ਵੋਟਾਂ ਤੇ ਹਾਰੇ ਸੀਗੇ। ਬਿਲਕੁਲ ਜੀ। ਤੇ ਉਸ ਵੇਲੇ ਰੀਕਾਊਂਟਿੰਗ ਵੀ ਕਰਵਾਈ ਗਈ ਸੀ। ਬਿਲਕੁਲ ਹੋਈ ਸੋ ਸੀ। ਇਹ ਬੜਾ ਇੱਕ ਬਿਲਕੁਲ ਪ੍ਰੈਕਟੀਕਲ ਹੁੰਦਾ ਫਾਰਮੂਲਾ ਵਾ। ਔਰ ਖਾਸ ਕਰਕੇ ਕੈਨੇਡਾ ਦੇ ਵਿੱਚ ਜੀ, ਕਿਉਂਕਿ ਜਿਹੜੀ ਆਬਾਦੀ ਬਹੁਤ ਘੱਟ ਹੈ ਜੀ। ਤੇ ਜਿੱਥੇ ਜਿੱਥੇ ਟਾਈਟ ਰੇਸ ਹੁੰਦੀ ਹੈ ਉੱਥੇ ਫਿਰ ਇਸ ਤਰ੍ਹਾਂ ਦੇ ਚਾਂਸਸ ਅਕਸਰ ਹੋ ਜਾਂਦੇ ਆ। ਰੀਕਾਊਂਟਿੰਗ ਦੇ ਚਾਂਸ ਹੁੰਦੇ ਵੈਸੇ ਵੀ ਡੈਮੋਕ੍ਰੇਸੀ ਦੀ ਬਿਹਤਰੀ ਲਈ ਇੱਕ ਚੰਗਾ ਪ੍ਰੋਵੀਜ਼ਨ ਹੈਗਾ ਵਾ। ਬਿਲਕੁਲ ਜੀ। ਤੇ ਸਾਡਾ ਇਹ ਜਿਹੜਾ ਪ੍ਰੋਗਰਾਮ ਅੱਜ ਪੇਸ਼ ਕਰ ਰਹੇ ਹਾਂ, ਇਹਦਾ ਮਕਸਦ ਇਹ ਆ ਕਿ ਕੈਨੇਡੀਅਨਸ ਨੂੰ ਵੀ ਪਤਾ ਲੱਗੇ ਤੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਭਰਾ ਬੈਠੇ ਨੇ, ਭੈਣਾਂ ਬੈਠੀਆਂ ਨੇ, ਉਹਨਾਂ ਨੂੰ ਵੀ ਪਤਾ ਲੱਗੇ ਵੀ ਕੈਨੇਡਾ ਦੇ ਵਿੱਚ ਵੋਟਾਂ ਕਿਵੇਂ ਪੈਂਦੀਆਂ ਨੇ। ਬਿਲਕੁਲ ਜੀ। ਇੱਥੋਂ ਦਾ ਜਿਹੜਾ ਇਲੈਕਸ਼ਨ ਦਾ ਪ੍ਰੋਸੀਜਰ ਆ, ਇਲੈਕਟੋਰਲ ਪ੍ਰੋਸੈਸ ਆ, ਉਹ ਕਿਵੇਂ ਵਰਕ ਕਰਦਾ। ਬਿਲਕੁਲ ਜੀ। ਤੇ ਕੋਈ ਸੁਨੇਹਾ ਦੇਣਾ ਚਾਹੋ ਜੀ, ਖਾਸ ਕਰਕੇ ਕੈਨੇਡੀਅਨਸ ਨੂੰ ਵੋਟਾਂ ਦੇ ਸੰਬੰਧ ਦੇ ਵਿੱਚ? ਸੁਨੇਹਾ ਅਸੀਂ ਤਾਂ ਇਹੀ ਸੁਨੇਹਾ ਦੇ ਸਕਦੇ ਹਾਂ ਜੀ ਕਿ ਇਲੈਕਸ਼ਨ ਹੈ, ਵੋਟਾਂ ਤੇ ਵੋਟ ਜ਼ਰੂਰ ਪਾਓ ਜੀ। ਕਿਉਂਕਿ ਇਹ ਅਗਰ ਕਿਉਂਕਿ ਅਸੀਂ ਸਾਰੇ ਇਮੀਗ੍ਰੈਂਟ ਹਾਂ ਮੋਸਟਲੀ, ਵੈਸੇ ਤਾਂ ਹਰ ਇੱਕ ਵਿਅਕਤੀ ਦਾ ਫਰਜ਼ ਬਣਦਾ ਹੈ, ਲੇਕਿਨ ਅਸੀਂ ਇਮੀਗ੍ਰੇਟ ਹੋ ਕੇ ਇਸੇ ਕਰਕੇ ਇਸ ਮੁਲਕ 'ਚ ਆਏ ਕਿ ਮੁਲਕ ਬਹੁਤ ਵਧੀਆ ਹੈ। ਮੁਲਕ ਇਸੇ ਕਰਕੇ ਵਧੀਆ ਹੈ ਕਿਉਂਕਿ ਇਹਦਾ ਨਿਯਮ, ਇਹਦੇ ਕਾਨੂੰਨ, ਇਹਦਾ ਜਿਹੜਾ ਸਿਸਟਮ ਹੈ ਉਹ ਵਧੀਆ ਬਣਿਆ। ਅਗਰ ਅਸੀਂ ਇਹਦੇ ਵਿੱਚ ਆਪਣੀ ਇਨਪੁਟ ਦੇਣਾ ਚਾਹੁੰਦੇ ਹੋ, ਸਾਨੂੰ ਲੱਗਦਾ ਹੈ ਕਿ ਇਸ ਚੀਜ਼ 'ਚ ਸੁਧਾਰ ਹੋਣਾ ਚਾਹੀਦਾ ਹੈ, ਆਹ ਵਿਅਕਤੀ ਜਾਂ ਆਹ ਪਾਰਟੀ ਇਹ ਸੁਧਾਰ ਕਰ ਸਕਦੀ ਹੈ, ਤੇ ਆਪਣੀ ਆਵਾਜ਼ ਪਹੁੰਚਾਉਣ ਦਾ ਇਸ ਤੋਂ ਆਸਾਨ ਤੇ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ। ਵੋਟ ਪਾਉਣ ਜਾਓ। ਐਡਵਾਂਸ ਪੋਲਿੰਗ ਤੁਸੀਂ ਦੱਸ ਚੁੱਕੇ ਹੋ, ਐਡਵਾਂਸ ਪੋਲਿੰਗ ਦੇ ਬੂਥ 'ਤੇ ਆਪਣਾ ਪਤਾ ਕਰਕੇ ਆਪਣੀ ਰਾਈਡਿੰਗ ਦਾ ਉੱਥੇ ਵੋਟ ਪਾਓ। ਅਗਰ ਟਾਈਮ ਹੈ ਤੇ ਫਿਰ ਵੋਟਾਂ ਵਾਲੇ ਦਿਨ ਥੋੜ੍ਹੀ ਜਿਹੀ ਰੌਣਕ ਵੱਧ ਹੋਵੇਗੀ, ਉੱਥੇ ਜਾ ਕੇ ਵੋਟ ਪਾਓ ਜੀ। ਬਿਲਕੁਲ ਜੀ। ਇਲੈਕਸ਼ਨਸ ਕੈਨੇਡਾ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਪਰ ਹਰੇਕ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਮੁਹੱਈਆ ਵਾ। ਤੁਸੀਂ ਉੱਥੇ ਦੇਖ ਸਕਦੇ ਵੀ ਤੁਹਾਡਾ ਜਿਹੜਾ ਐਡਵਾਂਸ ਪੋਲਿੰਗ ਸੈਂਟਰ ਆ ਕਿੱਥੇ ਆ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਭਾਜੀ ਵੀ ਵੋਟ ਪਾਉਣਾ ਤੁਹਾਡਾ ਅਧਿਕਾਰ ਆ, ਔਰ ਅਧਿਕਾਰ ਦਾ ਇਸਤੇਮਾਲ ਕਰੋਗੇ ਤੇ ਸਰਕਾਰ ਦੇ ਵਿੱਚ ਹਿੱਸੇਦਾਰੀ ਜਿਹੜੀ ਆ ਤੁਹਾਡੀ ਬਣ ਸਕੇਗੀ। ਬਿਲਕੁਲ ਜੀ। ਕਿਸੇ ਨੂੰ ਆਪਾਂ ਲਾਂਭਾ ਦੇਣ ਵਾਲੇ ਨਹੀਂ ਬਣਾਂਗੇ ਭਾਈ ਵੀ ਇਹ ਕਿੱਥੋਂ ਆ ਗਏ। ਬਿਲਕੁਲ ਜੀ। ਤੁਹਾਨੂੰ ਪਤਾ ਹੋਏਗਾ ਵੀ ਅਸੀਂ ਖੁਦ ਚੁਣੇ ਨੇ। ਦੇਖੋ ਜੀ, ਡੈਮੋਕ੍ਰੇਸੀ ਜਿਹੜੀ ਹੈ ਉਹ ਇਹ ਕਿੱਡੀ ਵੱਡੀ, ਇਹਨੂੰ ਮੈਂ ਕਹਾਂਗਾ ਕਿ ਨਿਆਮਤ ਹੈ। ਔਰ ਹੁਣੇ ਅਫਗਾਨਿਸਤਾਨ ਦੇ ਵਿੱਚ ਦੇਖ ਲਓ ਜੀ ਕੀ ਹੋ ਰਿਹਾ ਹੈ, ਔਰ ਲੋਕਾਂ ਨੂੰ ਇਸ ਗੱਲ ਦਾ ਉਮੀਦ ਨਹੀਂ ਹੈ ਕਿ ਕੀ ਉਹਨਾਂ ਦੇ ਕੋਲ ਕੋਈ ਹੱਕ ਹੋਣਗੇ, ਕੀ ਕੋਈ ਆਵਾਜ਼ ਬੁਲੰਦ ਕਰ ਸਕਣਗੇ। ਸੋ ਇਹ ਬੜੀ ਜ਼ਰੂਰੀ ਗੱਲ ਹੈ ਜੀ। ਬਿਲਕੁਲ ਜੀ। ਲੋਕਤੰਤਰ ਦੇ ਵਿੱਚ ਹੈਗੇ ਆ, ਬੜਾ ਭਾਗ ਸਾਡੇ ਏਡੇ ਵਧੀਆ ਦੇਸ਼ ਦੇ ਵਿੱਚ ਹੈਗੇ ਆ, ਤੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਵਾ ਜੀ ਸਾਰਿਆਂ ਨੇ। ਆਪਣੇ ਕੈਂਡੀਡੇਟ ਨੂੰ, ਆਪਣੀ ਪਾਰਟੀ ਨੂੰ ਪਛਾਣੋ, ਉਹਨਾਂ ਕੋਲ ਸਵਾਲ ਪੁੱਛੋ, ਤੇ ਜਿਹੜਾ ਤੁਹਾਨੂੰ ਕੈਂਡੀਡੇਟ, ਜਿਹੜੀ ਪਾਰਟੀ ਦੀਆਂ ਪਾਲਿਸੀਜ਼, ਪ੍ਰੋਗਰਾਮ ਤੁਹਾਨੂੰ ਬਿਹਤਰ ਲੱਗਣ, ਉਹਨਾਂ ਨੂੰ ਵੋਟ ਵੀ ਜ਼ਰੂਰ ਪਾਓ ਜੀ। ਭਾਜੀ, ਸਮਾਂ ਕੱਢਣ ਦੇ ਲਈ, ਏਡੇ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਜੀ ਸਰਦਾਰ ਗੁਰਿੰਦਰ ਸਿੰਘ ਹੀਰ, ਜਿਨ੍ਹਾਂ ਨੇ ਕੈਨੇਡੀਅਨ ਇਲੈਕਟੋਰਲ ਪ੍ਰੋਸੈਸ ਦੇ ਉੱਪਰ ਬਹੁਤ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।